ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਜਿਸ ਟੌਪਿਕ ਦੇ ਉੱਤੇ ਪਿਛਲੇ ਐਪੀਸੋਡ ਦੇ ਵਿੱਚ ਗੱਲਬਾਤ ਕੀਤੀ ਸੀ ਉਸੇ ਨੂੰ ਅੱਗੇ ਵਧਾਵਾਂਗੇ ਔਰ ਮਸਲਾ ਜਿਹੜਾ ਹੈਗਾ ਉਹ ਹੈਗਾ ਨਸ਼ੇ ਦਾ। ਨਸ਼ਾ ਇੱਕ ਇਦਾਂ ਦੀ ਚੀਜ਼ ਹੈ ਜਿਸ ਨੇ ਸਾਡੀ ਜਵਾਨੀ ਨੂੰ ਜਕੜ ਰੱਖਿਆ ਹੈ। ਉਹ ਚਾਹੇ ਪੰਜਾਬ ਦੀ ਗੱਲ ਹੋਵੇ, ਪੰਜਾਬ ਤੇ ਕਹਿੰਦੇ ਜੀ ਐਵੇਂ ਬਦਨਾਮ ਹੋ ਗਿਆ। ਦੁਨੀਆ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਨਸ਼ਾ ਹੈ ਔਰ ਖਾਸ ਤੌਰ ਦੇ ਉੱਤੇ ਗੱਲ ਕਰੀਏ ਜੇ ਸਾਡੇ ਵਿਦੇਸ਼ ਦੇ ਵਿੱਚ ਰਹਿੰਦੇ ਭਾਈਚਾਰੇ ਦੀ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ। ਖੈਰ ਇਸ ਗੱਲ ਨੂੰ ਕਹਿਣਾ ਵੀ ਗਲਤ ਹੋਏਗਾ ਕਿ ਜਿਹੜੇ ਟਰੱਕ ਡਰਾਈਵਰਸ ਨੇ ਉਹ ਜ਼ਿਆਦਾ ਕਰਦੇ ਨੇ, ਇਦਾਂ ਦੀ ਗੱਲ ਨਹੀਂ ਹੈਗੀ। ਬਹੁਤ ਸਾਰੇ ਟਰੱਕ ਡਰਾਈਵਰਸ ਜਿਹੜੇ ਨੇ ਵੀਰ ਨੇ ਸਾਡੇ, ਉਹ ਨਸ਼ਾ ਬਿਲਕੁਲ ਵੀ ਨਹੀਂ ਕਰਦੇ, ਇੱਕ ਮਿਸਾਲ ਬਣੇ ਹੋਏ ਨੇ। ਪਰ ਬਹੁਤੇ ਜਿਹੜੇ ਕਰਦੇ ਵੀ ਨੇ। ਸੋ ਜਿਹੜੀ ਇਹ ਬੁਰਾਈ ਹੈਗੀ ਉਹ ਕਿਸੇ ਇੱਕ ਵਰਗ ਦੇ ਨਾਲ ਜੋੜ ਕੇ ਨਹੀਂ ਦੇਖੀ ਜਾ ਸਕਦੀ। ਇਹ ਵੱਖ-ਵੱਖ ਵਰਗਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਪੇਸ਼ੇ ਵਾਲੇ ਲੋਕ ਨੇ, ਬਹੁਤ ਲੋਕਾਂ ਦੇ ਵਿੱਚ ਪਾਈ ਜਾ ਸਕਦੀ ਹੈ, ਕਿਉਂਕਿ ਨਸ਼ਾ ਇੱਕ ਆਦਤ ਹੁੰਦੀ ਹੈ ਔਰ ਆਦਤ ਕਿਸੇ ਨੂੰ ਵੀ ਪੈ ਸਕਦੀ ਹੈ। ਸੋ ਇਸ ਆਦਤ ਦੇ ਵਿੱਚ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਗਰਕ ਹੁੰਦੇ ਦੇਖ ਰਹੇ ਹਾਂ ਔਰ ਉਸ ਦੇ ਵਿੱਚੋਂ ਛੁਟਕਾਰਾ ਪਾਉਣ ਦੀ ਜਿਹੜੀ ਹੈ ਹਰ ਕੋਈ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰਦਾ ਹੈ, ਪਰ ਕਈ ਵਾਰ ਨਿਕਲ ਨਹੀਂ ਪਾਉਂਦਾ। ਔਰ ਖਾਸ ਤੌਰ ਦੇ ਉੱਤੇ ਉਹ ਲੋਕ ਜਿਹੜੇ ਨਸ਼ਾ ਕਰਦੇ ਨੇ, ਕਈ ਵਾਰ ਤਾਂ ਉਹਨਾਂ ਨੂੰ ਵੀ ਇਹ ਗੱਲ ਸਾਫ਼ ਤੌਰ ਦੇ ਉੱਤੇ ਪਤਾ ਚੱਲ ਜਾਂਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਅੰਤ ਚੁਣ ਲਿਆ, ਪਰ ਨਿਕਲਣ ਦੇ ਲਈ ਰਾਹ ਨਹੀਂ ਮਿਲਦਾ। ਸੋ ਆਯੁਰਵੇਦ ਦੇ ਨਾਲ ਤੁਸੀਂ ਕਿਵੇਂ ਨਸ਼ੇ ਤੋਂ ਨਿਜਾਤ ਪਾ ਸਕਦੇ ਹੋ, ਆਪਣੇ ਆਪ ਨੂੰ ਬਚਾ ਸਕਦੇ ਹੋ, ਕੱਢ ਸਕਦੇ ਹੋ ਆਪਣੇ ਆਪ ਨੂੰ ਇਸ ਦਲਦਲ ਦੇ ਵਿੱਚੋਂ। ਸੋ ਇਸੇ ਦੇ ਉੱਤੇ ਗੱਲਬਾਤ ਜਿਹੜੀ ਅਸੀਂ ਪਿਛਲੀ ਵਾਰ ਕੀਤੀ ਸੀਗੀ। ਹਾਲਾਂਕਿ ਪਿਛਲੀ ਵਾਰ ਅਸੀਂ ਜ਼ਿਆਦਾ ਇਹ ਦੱਸਿਆ ਸੀ ਕਿਹੜੇ ਕਾਰਨ ਹੋ ਸਕਦੇ ਨੇ ਕਿ ਨਸ਼ੇ ਦੇ ਵਿੱਚ ਬੰਦਾ ਜਾਵੇ, ਕਿਹੜੇ ਇੱਦਾਂ ਦੇ ਏਰੀਆਜ਼ ਨੇ ਜਿੱਥੇ ਨਸ਼ਾ ਬਹੁਤ ਜ਼ਿਆਦਾ ਫੈਲ ਗਿਆ, ਕਿਸ ਕਿਸਮ ਦੇ ਨਸ਼ਿਆਂ ਦੇ ਵਿੱਚ ਲੋਕ ਨੇ, ਜਾਂ ਕਿਹੜੀਆਂ ਬਾਅਦ 'ਚ ਦਿੱਕਤਾਂ ਜਿਹੜੀਆਂ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਹੁੰਦੀਆਂ ਨੇ, ਜਾਂ ਪਰਿਵਾਰਿਕ ਤੌਰ ਦੇ ਉੱਤੇ ਕੀ ਉਹਨਾਂ ਨੂੰ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਅਸੀਂ ਡਿਸਕਸ ਕੀਤੀਆਂ ਸੀ। ਅੱਜ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਖਾਸ ਤੌਰ ਦੇ ਉੱਤੇ ਕਿ ਆਯੁਰਵੇਦ ਦੇ ਜ਼ਰੀਏ ਕਿਵੇਂ ਨਸ਼ੇ ਤੋਂ ਨਿਜਾਤ ਪਾਈ ਜਾ ਸਕਦੀ ਹੈ, ਛੁਟਕਾਰਾ ਪਾਇਆ ਜਾ ਸਕਦਾ ਹੈ ਔਰ ਆਪਣੀ ਸਿਹਤ ਨੂੰ ਕਿਵੇਂ ਤੰਦਰੁਸਤ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਇੱਦਾਂ ਦੀਆਂ ਗੱਲਾਂ ਵੀ ਬਹੁਤ ਸੁਣਨ ਨੂੰ ਮਿਲਦੀਆਂ ਨੇ, ਜਿਹੜੇ ਲੋਕ ਨਸ਼ਾ ਛੱਡਦੇ ਨੇ ਉਸ ਤੋਂ ਬਾਅਦ ਕਈ ਵਾਰ ਉਹਨਾਂ ਦਾ ਸਰੀਰ ਜਿਹੜਾ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ ਔਰ ਇਹੀ ਨਸ਼ੇ ਦੀ ਮਾਰ ਹੁੰਦੀ ਹੈ ਕਿ ਨਸ਼ਾ ਆਪਣੀ ਜਗ੍ਹਾ ਬਣਾ ਲੈਂਦਾ ਹੈ ਔਰ ਉਹ ਨਸ਼ੇ ਤੋਂ ਬਿਨਾਂ ਤੁਹਾਨੂੰ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਹੁੰਦਾ ਹੈ, ਤੁਸੀਂ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਨਹੀਂ ਕਰਦੇ। ਤਾਂ ਆਯੁਰਵੇਦ ਦੀ ਮਦਦ ਦੇ ਨਾਲ ਤੁਸੀਂ ਦੁਬਾਰਾ ਇੱਕ ਨਾਰਮਲ ਜੀਵਨ ਕਿਵੇਂ ਜੀ ਸਕਦੇ ਹੋ, ਇਸੇ ਬਾਰੇ ਅੱਜ ਗੱਲਬਾਤ ਇਸ ਐਪੀਸੋਡ ਦੇ ਵਿੱਚ ਹੋਣ ਵਾਲੀ ਹੈ। ਸੋ ਸਾਡੇ ਗੈਸਟ ਨੇ ਜਿਹੜੇ, ਉਹਨਾਂ ਨੂੰ ਮੈਂ ਇਨਵਾਈਟ ਕਰ ਲੈਣਾ। ਚੰਡੀਗੜ੍ਹ ਆਯੁਰਵੇਦ ਐਂਡ ਪੰਚਕਰਮਾ ਸੈਂਟਰ ਦੇ MD ਅਤੇ ਸਟੇਟ ਅਵਾਰਡੀ ਵੈਦ ਜਗਜੀਤ ਸਿੰਘ ਜੀ ਸਾਡੇ ਨਾਲ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਜਿਵੇਂ ਕਿ ਅਸੀਂ ਗੱਲ ਕੀਤੀ ਸੀਗੀ ਹੈ ਨਾ, ਦਰਸ਼ਕਾਂ ਨੂੰ ਕਾਫੀ ਜ਼ਿਆਦਾ ਅਸੀਂ ਇਹਨਾਂ ਚੀਜ਼ਾਂ ਬਾਰੇ ਤੇ ਦੱਸਤਾ ਸੀ ਵੈਦ ਸਾਹਿਬ ਕਿ ਕਿੱਦਾਂ ਦੀਆਂ ਦਿੱਕਤਾਂ ਹੁੰਦੀਆਂ ਔਰ ਜਿਹੜੇ ਪਰਿਵਾਰ ਇਹ ਸਭ ਕੁਝ ਆਪਣੇ ਉੱਤੇ ਆਪਣਾ ਕਹਿੰਦੇ ਕਿ ਆਪਣੀ ਜ਼ਿੰਦਗੀ ਦੇ ਉੱਤੇ ਝੇਲ ਰਹੇ ਨੇ, ਉਹਨਾਂ ਤੋਂ ਵੱਧ ਤਾਂ ਸ਼ਾਇਦ ਅਸੀਂ ਵੀ ਨਹੀਂ ਜਾਣਦੇ ਕਿ ਉਹਨਾਂ ਨੇ ਕਿੱਦਾਂ ਦੀਆਂ ਦਿੱਕਤਾਂ ਨੂੰ ਫੇਸ ਕੀਤਾ ਹੋਊਗਾ, ਉਹ ਜ਼ਿਆਦਾ ਬਿਹਤਰ ਜਾਣਦੇ ਨੇ। ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕਿ ਕਿਸ ਤਰੀਕੇ ਦੇ ਨਾਲ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਆਯੁਰਵੇਦ ਦੇ ਜ਼ਰੀਏ। ਸੋ ਹਲਕੀ ਜੀ ਝਲਕ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਕੀ ਦੇਣਾ ਚਾਹੋਗੇ ਤਾਂ ਕਿ ਇੱਕ ਵਾਰੀ ਜਿਹੜੇ ਦਰਸ਼ਕ ਹੁਣ ਦੇਖ ਰਹੇ ਨੇ ਉਹਨਾਂ ਨੂੰ ਵੀ ਚੀਜ਼ਾਂ ਜਿਹੜੀਆਂ ਰੀਕਾਲ ਹੋ ਜਾਣ, ਤੇ ਉਸ ਤੋਂ ਬਾਅਦ ਦਰਸ਼ਕਾਂ ਨੂੰ ਵੀ ਇਹੀ ਬੇਨਤੀ ਹੈ ਕਿ ਇਹ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈਗੀ ਹੈ। ਪੇਪਰ ਪੈਨ ਲੈ ਲਿਓ, ਲਿਖ ਲਿਓ ਹਰ ਚੀਜ਼ ਨੂੰ ਦੁਬਾਰਾ। ਕਈ ਵਾਰੀ ਸਾਡੇ ਕੋਲ ਵੈਦ ਸਾਹਿਬ ਕਾਲ ਆਉਂਦੀ ਹੈ, ਉਹ ਦੁਬਾਰਾ ਗੱਲ ਪੁੱਛਦੇ ਨੇ। ਸੋ ਚੰਗਾ ਹੈ ਕਿ ਤੁਸੀਂ ਨਾਲ ਲਿਖਦੇ ਰਹੋ ਤੇ ਆਪਣੇ ਸਵਾਲ ਜਿਹੜੇ ਜਦੋਂ ਤੁਸੀਂ ਕਾਲ ਕਰੋਗੇ ਬੜੇ ਸਪਸ਼ਟ ਹੋਣੇ ਚਾਹੀਦੇ ਨੇ ਔਰ ਕਿਰਪਾ ਕਰਕੇ ਹੋ ਸਕੇ ਤਾਂ ਅੱਜ ਇਸ ਗੰਭੀਰ ਮਸਲੇ ਜਿਹਦੇ ਉੱਤੇ ਗੱਲ ਹੋ ਰਹੀ ਹੈ ਇਹਦੇ ਨਾਲ ਸੰਬੰਧਿਤ ਸਵਾਲ ਜ਼ਰੂਰ ਕਰਨਾ। ਬਾਕੀ ਚੀਜ਼ਾਂ ਦੇ ਤਾਂ ਸਵਾਲ ਅਸੀਂ ਜਵਾਬ ਦਿੰਦੇ ਰਹਿੰਦੇ ਹਾਂ ਜੀ। ਬਹੁਤ ਇੰਪੋਰਟੈਂਟ ਗੱਲ ਕਹੀ ਹੈ ਤੁਸੀਂ ਨੇ ਜੀ। ਮੈਂ ਵੀ ਬੇਨਤੀ ਕਰਾਂਗਾ ਸਾਰੇ ਦਰਸ਼ਕਾਂ ਨੂੰ ਵੀ ਅੱਜ ਤੁਸੀਂ ਇਸ ਕੰਸਰਨ ਨਾਲੇ ਜੇ ਜ਼ਿਆਦਾ ਕਾਲ ਕਰੋਗੇ ਤਾਂ ਸਾਨੂੰ ਅੱਛਾ ਲੱਗੇਗਾ ਜੀ। ਦੇਖੋ, ਤੁਸੀਂ ਕਿਹਾ ਵੀ ਪਹਿਲਾਂ ਸ਼ਾਰਟ 'ਚ ਕੀ ਦੱਸਣਾ ਚਾਹੁੰਦਾ, ਮੈਂ ਸ਼ਾਰਟ 'ਚ ਇਹ ਦੱਸਣਾ ਚਾਹੁੰਦਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਹੈ ਜਿਹੜਾ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੇਗਾ, ਉਹ ਆਯੁਰਵੇਦ ਦੀਆਂ ਹਰਬਸ ਨਾਲ, ਆਯੁਰਵੇਦ ਦੀ ਵਿਧੀਆਂ ਰਾਹੀਂ, ਆਯੁਰਵੇਦ ਦੀਆਂ ਜਿਹੜੀਆਂ ਅਲਾਈਡ, ਚਾਹੇ ਉਹ ਪੰਚਕਰਮਾ ਹੈ, ਯੋਗ ਹੈ, ਮੈਡੀਟੇਸ਼ਨ ਹੈ, ਉਹਦੇ ਨਾਲ ਅਸੀਂ ਨਸ਼ੇ ਤੋਂ ਨਿਜਾਤ ਪਾ ਸਕਦੇ ਹਾਂ। ਇਸ ਨੂੰ ਇੰਪੋਸੀਬਲ ਨਾ ਸਮਝਿਓ। ਬਹੁਤ ਵੀਰ ਭੈਣ ਭਰਾ ਇਹ ਸੋਚਦੇ ਨੇ ਜਾਂ ਸਾਨੂੰ ਕਾਲ ਕਰਦੇ ਨੇ ਵੀ ਸਾਡਾ ਬੱਚਾ, ਸਾਡਾ ਬਜ਼ੁਰਗ, ਸਾਡਾ ਕੋਈ ਵੀ ਜਿਹੜਾ ਹੈ ਉਹ ਬਹੁਤ ਦੇਰ ਤੋਂ ਨਸ਼ੇ 'ਚ ਜਕੜਨ ਦੇ ਵਿੱਚ ਆਇਆ ਹੋਏਗਾ, ਸ਼ਾਇਦ ਹੁਣ ਉਹ ਇਸ ਤੋਂ ਬਾਹਰ ਨਹੀਂ ਜਾ ਸਕਦਾ। ਪਰ ਮੈਂ ਤੁਹਾਨੂੰ ਹੌਸਲਾ ਨਹੀਂ ਦੇ ਰਿਹਾ, ਮੈਂ ਤੁਹਾਨੂੰ ਕਲੀਅਰ ਦੱਸ ਰਿਹਾ ਵੀ ਤੁਸੀਂ ਘਰੇ ਬੈਠ ਕੇ ਵੀ, ਅੱਜ ਮੈਂ ਬਹੁਤ ਸਾਰੀਆਂ ਹਰਬਸ ਵੀ ਦੱਸਾਂਗਾ, ਘਰੇ ਬੈਠ ਕੇ ਵੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਨਸ਼ਾ ਉਹ ਕਰ ਰਹੇ ਨੇਗੇ, ਉਹ ਤੋਂ ਨਿਜਾਤ ਪਾ ਸਕਦੇ ਹੋ।
क्या बात है। मेरे ख्याल नाल सब तो पहली गल है कि तुसी हौसला दे दिता और ये बिल्कुल सही ये है। जिहड़ी सच्चाई है हौसले दे नाल, हाँ हौसला नहीं कहांगा मैं इसनूं, ये बिल्कुल एक दस दिता तुहानूं कि पॉसिबिलिटी हैगी है। सो इत्थे एक उम्मीद तां बन जानी चाहिदी है। हुण जे तुसी सवाल करदे हो तुहाडे नाल संबंधित होवे भावें किसी होर दे नाल संबंधित होवे, सवाल जरूर करना क्योंकि सवाल आंदा है तां उसदा जवाब मिलदा है। सो हुण असीं शुरुआती तौर तो गल करदे हां कि किस तरह दे नशिਆਂ ਦੀ ਗੱਲ पिछली बार हाँ जी जो ਆਪਾਂ ਕੇ ਦੱਸਿਆ ਸੀ ਆਪਾਂ ਬਰੀਫ ਚ ਦੱਸ ਦਿੰਦੇ ਬਰੀਫ ਤਾਂ ਚ ਕਿ ਉਹਦਾ ਲਿੰਕ ਵੀ ਬਣ ਤਾਂ ਕਿ ਰੀਕਾਲ ਹੋ ਜਾਵੇ ਇੱਕ ਵਾਰੀ। ਹਾਂਜੀ ਦੇਖੋ ਨਸ਼ੇ ਦੇ ਨਾਲ ਇਕੱਲਾ ਸਰੀਰ ਦਾ ਹੀ ਨੁਕਸਾਨ ਨਹੀਂ ਹੁੰਦਾ, ਮਾਨਸਿਕ ਤੌਰ ਤੇ ਜਿਹੜਾ ਵਿਅਕਤੀ ਹੈ ਕੋਈ ਵੀ ਹੈ ਕਿਸੇ ਵੀ ਸਟੇਜ ਤੇ ਹੈ ਉਹ ਮਾਨਸਿਕ ਤੌਰ ਤੇ ਜ਼ਿਆਦਾ ਰੋਗੀ ਹੋ ਜਾਂਦਾ ਹੈ। ਇੱਕ ਸਟੇਜ ਇਹ ਵੀ ਆ ਜਾਂਦੀ ਹੈ ਜੀ ਉਹਦੇ ਭਲੇ ਲਈ ਵੀ ਕੋਈ ਗੱਲ ਉਹਦੇ ਪੇਰੈਂਟਸ ਜਾਂ ਉਹਦਾ ਕੋਈ ਸਨੇਹੀ ਜਾਂ ਉਹਦੇ ਕੋਈ ਵੈਲ ਵਿਸ਼ਰ ਈਵਨ ਕਿ ਵੈਦ ਡਾਕਟਰ ਵੀ ਕੋਈ ਗੱਲ ਕਹਿੰਦੇ ਨੇ ਉਹਨੂੰ ਉਹ ਗੱਲ ਅੱਛੀ ਨਹੀਂ ਲੱਗਦੀ। ਇਸ ਸਟੇਜ ਦੇ ਉੱਪਰ ਵੀ ਕਦੇ ਡਿਸਹਾਰਟਡ ਨਹੀਂ ਹੋਣਾ ਚਾਹੀਦਾ। ਬਹੁਤ ਘਰਾਂ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ, ਮੈਨੂੰ ਪਤਾ ਹੈ, ਮੈਂ ਰੋਜ਼ ਕਾਲ ਲੈਣਾ, ਰੋਜ਼ ਲੋਕਾਂ ਨੂੰ ਉਪਚਾਰ ਕਰਦਾ, ਰੋਜ਼ ਲੋਕਾਂ ਨੂੰ ਠੀਕ ਕਰਦਾ। ਇਹ ਸਮਝਣਾ ਚਾਹੀਦਾ ਹੈ ਵੀ ਇਹ ਇਕੱਲਾ ਸਰੀਰਕ ਤੌਰ ਤੇ ਨਹੀਂ, ਇਹ ਮਾਨਸਿਕ ਤੌਰ ਤੇ ਵੀ ਰੋਗੀ ਹੋ ਚੁੱਕਿਆ ਹੈ। ਬਲਕਿ ਤੁਹਾਨੂੰ ਇਸ ਤੋਂ ਇਹ ਡਾਇਗਨੋਜ਼ ਹੋ ਜਾਣਾ ਚਾਹੀਦਾ ਹੈਗਾ ਵੀ ਇਸ ਵੇਲੇ ਦੀ ਅਵਸਥਾ ਕਿਹੜੀ ਹੈ ਵਿਅਕਤੀ ਦੀ, ਜਿਹੜਾ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਸੋ ਕਿਸੇ ਤਰ੍ਹਾਂ ਦਾ ਵੀ ਕੋਈ ਸਟੇਜ ਆ ਗਈ ਹੋਵੇ ਉਹਦੇ ਵਿੱਚ ਆਯੁਰਵੇਦ ਦੇ ਬੇਸਿਕ ਪ੍ਰਿੰਸੀਪਲ ਔਰ ਫਿਰ ਆਯੁਰਵੇਦ ਦੀਆਂ ਹਰਬਸ ਜਿਹੜੀਆਂ ਨੇਗੀਆਂ ਉਹ ਬਹੁਤ ਹੈਲਪਫੁਲ ਨੇਗੀਆਂ। ਸਭ ਤੋਂ ਪਹਿਲਾਂ ਗੱਲ ਹੁੰਦੀ ਕੀ ਹੈ, ਜਦੋਂ ਕਈ ਬੰਦੇ ਮੈਂ ਇਸ ਤਰ੍ਹਾਂ ਵੀ ਦੇਖਿਆ ਬੜੇ ਸਿਆਣੇ ਹੁੰਦੇ ਨੇ, ਕਿਸੇ ਵੀ ਹਾਲਾਤ ਵਿੱਚ ਮੰਨ ਲਓ ਕਿਸੇ ਨਸ਼ੇ ਦੀ ਲੱਤ ਵਿੱਚ ਪੈ ਜਾਂਦੇ ਨੇ, ਉਹ ਚਾਹੁੰਦੇ ਨੇ ਕਿ ਅਸੀਂ ਨਸ਼ਾ ਛੱਡੀਏ, ਲੇਕਿਨ ਜੋ ਆਫਟਰ ਇਫੈਕਟ ਜੋ ਵਿਡਰਾਲ ਸਿੰਪਟਮ ਬਾਡੀ ਦੇ ਉੱਪਰ ਅਪੀਅਰ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਖਰਾਬ ਉਹ ਕਰਦੇ ਨੇ। ਇਹ ਤਾਂ ਚਲੋ ਕੋਈ ਗੱਲ ਨਹੀਂ, ਇਹ ਆਪਾਂ ਦੱਸਾਂਗੇ ਆਯੁਰਵੇਦ ਨਾਲ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ। ਪਰ ਇੱਕ ਹੋਰ ਵੀ ਸਟੇਜ ਮੈਂ ਦੇਖੀ ਹੈ, ਕਈ ਵਿਅਕਤੀ ਨਸ਼ਾ ਛੱਡ ਜਾਂਦੇ ਨੇ, ਮਹੀਨਾ 2 ਮਹੀਨੇ ਉਹ ਆਪਦਾ ਦੱਸਣਾ ਸ਼ੁਰੂ ਕਰ ਦਿੰਦੇ ਨੇ ਆਪਦੇ ਸਰਕਲ ਦੇ ਵਿੱਚ, ਆਪਦੇ ਸਮਾਜ ਦੇ ਵਿੱਚ ਵੀ ਸਾਨੂੰ ਪਹਿਲਾਂ ਵਾਲੀ ਰਿਸਪੈਕਟ ਮਿਲ ਸਕੇ। ਉਹ ਜਦੋਂ 2 ਮਹੀਨੇ 3 ਮਹੀਨੇ ਬਾਅਦ ਇੱਕ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਨੇ, ਉਹ ਫਿਰ ਇਹ ਸੋਚ ਕੇ ਦੁਬਾਰਾ ਸ਼ੁਰੂ ਕਰ ਦਿੰਦੇ ਨੇ ਵੀ ਹੁਣ ਮੈਂ ਪਹਿਲਾਂ ਵਾਂਗੂ ਆਦੀ ਥੋੜ੍ਹਾ ਹਾਂ, ਇਹ ਤਾਂ ਆਪਾਂ ਕਦੇ ਕਦੇ ਲੈ ਰਹੇ ਹਾਂਗੇ, ਹੁਣ ਤਾਂ ਮੈਂ ਖੁਸ਼ੀ 'ਚ ਲੈ ਰਿਹਾ ਵੀ ਮੈਂ ਠੀਕ ਹੋ ਗਿਆ। ਮੈਂ ਇੱਥੇ ਬੇਨਤੀ ਕਰਾਂਗਾ ਸਾਰਿਆਂ ਨੂੰ, ਇਸ ਕੰਮ 'ਚ ਬਿਲਕੁਲ ਨਹੀਂ ਪੈਣਾ, ਇਸ ਥਿੰਕਿੰਗ ਨੂੰ ਬਿਲਕੁਲ ਵਿਸਾਰ ਦੇਣਾ ਹੈਗਾ। ਕਿਉਂਕਿ ਜਿਹੜੀ ਇਹ ਥਿੰਕਿੰਗ ਹੈ ਕਿ ਮੈਂ ਬਹੁਤ ਥੋੜ੍ਹਾ ਜਿਹਾ, ਮੈਂ ਤਾਂ ਕਿੰਨਾ ਨਸ਼ਾ ਕਰਦਾ ਹੁੰਦਾ ਸੀ, ਕਿੰਨੀ ਡਰਿੰਕ ਲੈ ਲੈਂਦਾ ਸੀ, ਕਿੰਨਾ ਅਫੀਮ ਖਾ ਲੈਂਦਾ ਸੀ, ਵੀ ਮੈਂ ਤਾਂ ਜਿਹੜਾ ਹੈ ਅੱਜ ਬਸ ਹੀ ਪਾਰਟੀ ਸ਼ੇਕ ਜਾਂ ਸਿਰਫ ਇਹ ਖੁਸ਼ੀ ਮਨਾਉਣ ਲਈ ਕਿ ਮੈਂ ਛੱਡ ਗਿਆ। ਇਹ ਚੀਜ਼ਾਂ ਦੁਬਾਰਾ ਸਾਨੂੰ ਉਸੇ ਰਸਤੇ 'ਤੇ ਲੈ ਕੇ ਜਾਂਦੀਆਂ ਨੇ। ਬਹੁਤ ਮੈਂ ਲੋਕਾਂ ਨੂੰ ਦੇਖਿਆ ਜਿਹੜੇ ਯੰਗ ਏਜ ਦੇ ਵਿੱਚ ਨਸ਼ਾ ਛੱਡ ਕੇ ਦੁਬਾਰਾ ਇੱਕ ਤਰ੍ਹਾਂ ਦੀ ਬਿਲ ਪਾਵਰ ਦੀ ਕਮੀ ਹੁੰਦੀ ਹੈ, ਪਲੱਸ ਉਹ ਖੁਸ਼ੀ ਨੂੰ ਮਨਾਉਣ ਵਾਸਤੇ ਫਿਰ ਉਸੇ ਰਸਤੇ ਚੱਲ ਪੈਂਦੇ ਨੇ। ਇਸ ਚੀਜ਼ ਤੋਂ ਬਚਣਾ ਚਾਹੀਦਾ। ਖੁਸ਼ੀ ਮਨਾਉਣਾ ਆਪਦੇ ਪਰਿਵਾਰ, ਆਪਦੇ ਬੱਚਿਆਂ, ਆਪਦੀ ਵਾਈਫ, ਆਪਦੇ ਮਦਰ ਫਾਦਰ ਦੇ ਨਾਲ ਬੈਠ ਕੇ, ਹੋਰ ਬੜੇ ਰੀਜ਼ਨ ਹੁੰਦੇ ਨੇਗੇ ਜਾਂ ਹੋਰ ਬੜੇ ਖੁਸ਼ੀ ਮਨਾਉਣ ਦੇ ਤਰੀਕੇ ਹੁੰਦੇ ਨੇਗੇ ਜਿਹਦੇ ਨਾਲ ਆਪਾਂ ਇਹਨੂੰ ਸੈਲੀਬ੍ਰੇਟ ਕਰ ਸਕਦੇ ਹਾਂ ਜੀ। ਹੁਣ ਆਪਾਂ ਨਾ ਜੀ ਕੈਟਾਗਰੀ ਲਈ ਦੱਸਾਂਗੇ ਵੀ ਹੁਣ ਇੱਕ ਬੰਦਾ ਡਰਿੰਕ ਲੈ ਰਿਹਾ ਜੀ, ਉਹਨੂੰ ਆਯੁਰਵੇਦ ਕਿਵੇਂ ਹੈਲਪ ਕਰੇਗਾ। ਇੱਕ ਬੰਦਾ ਅਫੀਮ ਲੈ ਰਿਹਾ, ਇੱਕ ਬੰਦਾ ਚਿੱਟਾ ਜਿਹਨੂੰ ਕਹਿੰਦੇ ਉਹ ਲੈ ਰਿਹਾ। ਮੈਨੂੰ ਤਾਂ ਇੰਨੇ ਕੁ ਨਸ਼ੇ ਪਤਾ ਨਹੀਂ, ਬਾਕੀ ਤਾਂ ਮੈਨੂੰ ਪਤਾ ਵੀ ਨਹੀਂ ਹੈ, ਸਹੀ ਗੱਲ ਦੱਸਾਂ, ਕਿਉਂਕਿ ਮੈਨੂੰ ਪਰਮਾਤਮਾ ਨੇ ਬੜੀ ਬਖਸ਼ਿਸ਼ ਕੀਤੀ ਹੋਈ ਹੈ, ਮੈਂ ਬੜਾ ਸਾਤਵਿਕ ਔਰ ਪਿਓਰ ਵੈਜੀਟੇਰੀਅਨ ਵਿਅਕਤੀ। ਹੁਣ ਜਿਹੜੇ ਡਰਿੰਕ ਨੇ ਇਹ ਅਕਸਰ ਹੈ, ਡਰਿੰਕ ਵਾਲੇ ਜ਼ਿਆਦਾਤਰ ਉਦੋਂ ਵਿਗੜਦੇ ਨੇ ਜਦੋਂ ਇਹ ਕਹਿੰਦੇ ਨੇਗੇ ਵੀ ਫਲਾਣਾ ਬੰਦਾ 35 ਸਾਲ ਤੋਂ ਡੇਲੀ ਡਰਿੰਕ ਲੈ ਰਿਹਾ, ਉਹ ਤਾਂ ਲਿਵਰ ਖਰਾਬ ਨਾ ਹੋ ਗਿਆ, ਉਹਦਾ ਤਾਂ ਉਹਨੂੰ ਤਾਂ ਕੋਈ ਰੋਗ ਹੈ ਨਹੀਂ ਗਾ, ਬਲਕਿ ਉਹਦੀ ਅੱਖ ਖੜੀ ਆ, ਉਹ ਬਾਕੀਆਂ ਨੂੰ ਵੀ ਜਵਾਨ ਲੱਗਦਾ ਹੈਗਾ। ਹਰੇਕ ਬਾਡੀ ਦਾ, ਹਰੇਕ ਕਾਇਆ ਦਾ ਮੈਟਾਬੋਲਿਜ਼ਮ ਆਪਣਾ ਆਪਣਾ। ਨੰਬਰ 1। ਨੰਬਰ 2, ਹੋ ਸਕਦਾ ਉਹਦਾ ਬਹੁਤ ਪੈਰਾਮੀਟਰਸ ਖਰਾਬ ਹੋਣ, ਉਹ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੋਵੇ, ਹੋ ਸਕਦਾ ਕਿੰਨੀਆਂ ਦਵਾਈਆਂ ਖਾਂਦਾ ਹੋਵੇ ਉਹ ਵਿਅਕਤੀ। ਸੋ ਕਦੇ ਵੀ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰੋ, ਆਪਦੇ ਪਰਿਵਾਰ, ਆਪਦੇ ਬੱਚਿਆਂ ਵੱਲ ਦੇਖੋ, ਆਪਣੇ ਵੱਲ ਦੇਖੋ ਵੀ ਇਹ ਲਾਈਫ ਇੱਕ ਵਾਰ ਮਿਲੀ ਹੈ, ਫਿਰ ਪਤਾ ਨਹੀਂ ਕਦੋਂ ਮਿਲਣੀ ਹੈ। ਜਾਣਾ ਸਭ ਨੇ ਹੈ, ਲੇਕਿਨ ਜਿੰਨੇ ਸਵਾਸ ਪਰਮਾਤਮਾ ਨੇ ਦਿੱਤੇ ਨੇ, ਅਗਰ ਉਨੇ ਸਵਾਸ ਤੱਕ ਅਸੀਂ ਕੰਫਰਟੇਬਲ ਜੀ ਲਈਏ, ਉਹੀ ਲਾਈਫ ਹੈ। ਸਾਹ ਘੱਟ ਵੱਧ ਕੋਈ ਨਹੀਂ ਕਰ ਸਕਦਾ, ਜਿੰਨੇ ਲਿਖੇ ਨੇ ਪਰਮਾਤਮਾ ਨੇ ਉਨੇ ਹੀ ਲਿਖੇ ਹੋਏ ਨੇ। ਤੁਹਾਡੀ ਜਦੋਂ ਥੋੜਾ ਜਨਮ ਹੋਇਆ ਸੀ ਨਾ, ਐਕਸਪਾਇਰੀ ਡੇਟ ਉਹ ਨਾਲ ਆ ਗਈ ਸੀਗੀ, ਜਿਹੜੀ ਕਿ ਤੁਹਾਨੂੰ ਪਤਾ ਨਹੀਂ ਹੈ, ਲੇਕਿਨ ਉਹ ਐਕਸਪਾਇਰੀ ਡੇਟ ਤੱਕ ਪਹੁੰਚਦੇ ਜੇ ਤੁਸੀਂ ਕੋਈ ਨਸ਼ੇ ਦੀ ਲੱਤ 'ਚ ਨਹੀਂ ਪਾਓਗੇ ਨਾ, ਤਾਂ ਤੁਸੀਂ ਬੜਾ ਕੰਫਰਟੇਬਲੀ ਉਸ ਲਾਈਫ ਨੂੰ ਇੰਜੋਏ ਕਰੋਗੇ। ਕਦੇ ਵੀ ਕਿਸੇ ਵੱਲ ਦੇਖ ਕੇ ਆਪਦੀ ਵਿਲ ਪਾਵਰ ਨੂੰ ਵੀਕ ਨਾ ਕਰੋ, ਸਟਰੋਂਗ ਨਾ ਕਰੋ ਵੀ ਉਹ ਬੰਦਾ ਇੰਨੀ ਦੇਰ ਦਾ ਡਰਿੰਕ ਲੈ ਰਿਹਾ ਹੈਗਾ। ਆਯੁਰਵੇਦ ਦੇ ਵਿੱਚ ਮੈਂ ਅਕਸਰ ਇੱਕ ਹਰਬ ਦਾ ਜ਼ਿਕਰ ਕਰਦਾ ਹੁੰਦਾ,
ਉਹ ਹੈ ਕੁਟਕੀ। ਕੁਟਕੀ, ਕਾਲਮੇਘ, ਭੂਮੀ ਆਮਲਾ, ਇਹ ਤਿੰਨੇ ਉਹ ਹਰਬ ਨੇ ਜਿਹੜੀਆਂ ਕਿ ਸਾਡੇ ਲਿਵਰ ਦੀ ਐਂਜ਼ਾਈਮਸ ਨੂੰ ਪਿਊਰੀਫਾਈ ਵੀ ਕਰਦੀਆਂ ਨੇ, ਲਿਵਰ ਦੇ ਫੰਕਸ਼ਨ ਨੂੰ ਐਕਟੀਵੇਟ ਵੀ ਕਰਦੀਆਂ ਨੇ, ਲਿਵਰ ਦੇ ਮਾਡਰਨ ਦੇ ਮੁਤਾਬਕ SGOT SGPT ਨੂੰ ਵੀ ਬੈਲੈਂਸ ਕਰਦੀਆਂ ਨੇ। ਔਰ ਅਗਰ ਲਿਵਰ ਦੇ ਵਿੱਚ ਥੋੜ੍ਹਾ ਬਹੁਤ ਕੋਈ ਇਨਫਲਾਮੇਸ਼ਨ ਵੀ ਹੋ ਗਈ, ਜਿਹਨੂੰ ਆਪਾਂ ਫੈਟੀ ਲਿਵਰ ਕਹਿ ਦਿੰਦੇ ਹਾਂ, ਉਹਦੇ ਲਈ ਵੀ ਡਰੱਗ ਆਫ ਚੋਇਸ ਨੇ। ਕਹਿਣ ਦਾ ਮਤਲਬ ਇਹ ਹੈ ਵੀ ਜੇ ਕਿਸੇ ਵੈਦ ਦੇ ਸੁਪਰਵਿਜ਼ਨ ਹੇਠ, ਕਿਸੇ ਆਯੁਰਵੇਦ ਡਾਕਟਰ ਦੀ ਸੁਪਰਵਿਜ਼ਨ ਹੇਠ ਤੁਸੀਂ ਇਹਨਾਂ ਔਸ਼ਧੀਆਂ ਦਾ, ਇਹਨਾਂ ਹਰਬਸ ਦਾ ਰੈਗੂਲਰਲੀ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ, ਤੁਸੀਂ ਦੇਖੋਗੇ ਕਿ ਤੁਹਾਡੇ ਇਹ ਐਂਟੀਡੋਟ ਦਾ ਕੰਮ ਕਰਨਗੀਆਂ। ਓਕੇ। ਹਮੇਸ਼ਾ ਇੱਕ ਇਹ ਵਰਡ ਵੀ ਯੂਜ਼ ਕੀਤਾ ਜਾਂਦਾ ਹੈਗਾ ਵੀ ਜਿਹਦਾ ਐਂਟੀਡੋਟ ਕੀ ਹੈ। ਕਈ ਬੰਦੇ ਜਿਹੜੇ ਚੱਲ ਰਹੇ ਨੇ ਜੀ ਨਸ਼ਾ ਛਡਾਊ ਕੇਂਦਰ, ਇੱਥੇ ਸਭ ਤੋਂ ਪਹਿਲਾਂ ਤਾਂ ਨਾ ਉਹ ਨਸ਼ਾ ਛਡਾਉਣ ਦੇ ਲਈ ਕਿਸੇ ਦੂਸਰੇ ਨਸ਼ੇ ਤੇ ਟ੍ਰਾਂਸਫਰ ਕਰ ਦਿੰਦੇ ਨੇ। ਇੱਕ ਆਯੁਰਵੇਦ ਪੈਥੀ ਇਸ ਤਰ੍ਹਾਂ ਦੀ ਹੈ ਜਿਸ ਵਿੱਚ ਨਸ਼ਾ ਛਡਾਉਣ ਦੇ ਲਈ ਤੁਹਾਨੂੰ ਮਾਨਸਿਕ ਤੌਰ ਤੇ ਵੀ ਸਟਰੈਂਥ ਦਿੱਤੀ ਜਾਂਦੀ ਹੈ ਔਰ ਤੁਹਾਡੀ ਬਾਡੀ ਦੇ ਵਿੱਚ ਐਂਟੀਡੋਟ ਦਾ ਕੰਮ ਕਰਨ ਵਾਲੀਆਂ ਔਸ਼ਧੀਆਂ ਹਰਬਸ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ। ਹੁਣ ਸ਼ੇਖਰ ਜੀ, ਜੇ ਮੈਂ ਕੁਟਕੀ, ਕਾਲਮੇਘ, ਭੂਮੀ ਆਮਲਾ ਦੇ ਡਿਟੇਲ ਦੱਸਣ ਲੱਗਾ ਵੀ ਕਿਸ ਤਰ੍ਹਾਂ ਇਫੈਕਟ ਕਰਦੀਆਂ ਨੇ, ਅੱਜ ਵੈਸੇ ਨਾ ਮੈਨੂੰ ਬੜੀ ਇਸ ਗੱਲ ਦਾ ਖੁਸ਼ੀ ਹੋ ਰਹੀ ਹੈ ਕਿ ਸਮਾਜ ਦੇ ਵਿੱਚ ਆਯੁਰਵੇਦ ਨੂੰ ਸਮਝਣ ਵਾਲੇ ਲੋਕ, ਜਿਹੜੀ ਲੋਕਾਂ ਦੀ ਕੈਟਾਗਰੀ ਉਹ ਵੱਧ ਰਹੀ ਹੈ। ਲੋਕਾਂ ਨੂੰ ਸਮਝ ਆ ਰਹੀ ਹੈ ਵੀ ਆਯੁਰਵੇਦ ਹਰਬਸ ਦਾ ਕੀ, ਜਿਵੇਂ ਮੈਂ ਇਹ ਤਿੰਨੇ ਹਰਬਸ ਦਾ ਨਾਮ ਲਿਆ ਹੈਗਾ, ਇਹ ਇਕੱਲਾ ਐਂਟੀਡੋਟ ਦਾ ਕੰਮ ਹੀ ਨਹੀਂ ਕਰਨਗੀਆਂ, ਇਹ ਅੰਦਰੋਂ ਬਾਡੀ ਨੂੰ ਡਿਟੌਕਸੀਫਾਈ ਕਰਨ ਦਾ ਕੰਮ ਵੀ ਕਰਨਗੀਆਂ। ਅੱਛਾ ਜੀ। ਭੂਮੀ ਆਮਲਾ ਦੇ ਨਾਲ ਸੇਵਨ ਕਰਨ ਦੇ ਨਾਲ ਟੌਕਸਿਕ ਡਾਇਊਰੈਟਿਕ ਹੈ, ਉਹਦੇ ਨਾਲ ਬਾਥਰੂਮ ਜ਼ਿਆਦਾ ਖੁੱਲ੍ਹ ਕੇ ਆਏਗਾ। ਜਿਹੜੇ ਯੂਰਿਨ ਦੇ ਰਾਹੀਂ ਅੰਦਰ ਟੌਕਸਿਕ ਜਮ੍ਹਾਂ ਹੋਏ ਨੇ ਉਹ ਪਿਓਰ ਹੋਣਗੇ ਔਰ ਤੁਹਾਡੇ ਜਿਹੜਾ ਬਾਥਰੂਮ ਖੁੱਲ੍ਹ ਕੇ ਆਏਗਾ, ਤੁਹਾਡਾ BP ਹਾਈ ਨਹੀਂ ਹੋਏਗਾ, ਤੁਹਾਡੀ ਕਿਡਨੀ ਦੀ ਫਿਲਟਰੇਸ਼ਨ ਜਿਹੜੀ ਉਹ ਪ੍ਰੋਪਰ ਕੰਮ ਕਰੇਗੀ। ਜਿਹੜਾ ਕੁਟਕੀ ਹੈ, ਕਾਲਮੇਘ ਹੈ, ਇਹ ਜਿਹੜੀਆਂ ਨੇ ਵੈਸੇ ਜੇ ਆਪਣੇ ਨਾਲ ਇੱਕ ਦਰਸ਼ਕ ਨੇ ਹੋਰ ਦੇ ਦਿੰਦੇ ਨਾ ਤਾਂ ਆਪਣਾ ਟੌਪਿਕ ਚਲੋ ਮੈਂ ਫਿਰ ਇਹ ਹਜੇ ਨਹੀਂ ਸੁਣ ਲੈਂਦੇ ਆ ਜੀ, ਮੈਂ ਕਰਤੀ ਚਲੋ ਠੀਕ ਕੀਤਾ। ਮੈਂ ਬੇਨਤੀ ਕਰਾਂਗਾ ਜੀ ਦਰਸ਼ਕਾਂ ਨੂੰ ਤੁਸੀਂ ਕਾਲ ਕਰਨਾ 5-10 ਮਿੰਟ ਮੈਨੂੰ ਦੇ ਦਿਓ, ਉਦੋਂ ਬਾਅਦ ਆਪਾਂ ਤੁਹਾਡੀਆਂ ਸਾਰੀਆਂ ਗੱਲਾਂ ਸੁਣਾਂਗੇ ਜੀ। ਜਿਹੜਾ ਕੁਟਕੀ ਹੈ ਇਹਦੀ ਖੂਬਸੂਰਤੀ ਇਹ ਹੈ ਵੀ ਐਂਟੀਡੋਟ ਦਾ ਤਾਂ ਕੰਮ ਕਰੇਗੀ ਇਹ, ਨਾਲ ਤੁਹਾਡੇ ਇੰਟੈਸਟਾਈਨ ਦੇ ਜਿਹੜੇ ਲੌਬਸ ਨੇਗੇ ਜਿਹੜੇ ਕਿ ਆਮ ਲੈਗੇਟਿਵ ਲੈਣ ਦੇ ਨਾਲ ਸਾਫ਼ ਨਹੀਂ ਹੁੰਦੇ, ਜੋ ਤੁਸੀਂ ਜਿੰਨੀਆਂ ਵੀ ਦਵਾਈਆਂ ਖਾ ਰਹੇ ਹੋਗੇ ਜੀ ਉਹਨਾਂ ਨਾਲ ਕਦੇ ਵੀ ਤੁਹਾਨੂੰ ਮੋਸ਼ਨ ਖੁੱਲ੍ਹ ਕੇ ਆ ਜਾਏਗਾ ਪਰ ਪੂਰੀ ਇੰਟੈਸਟਾਈਨ ਸਾਫ਼ ਨਹੀਂ ਹੁੰਦੀ। ਤੁਹਾਡੀ ਕੁਟਕੀ ਹੈ ਉਹ ਨਾਲ ਲੇਹਨ ਦਾ ਕੰਮ ਕਰਦੀ ਹੈ। ਇੱਕ ਥੋੜਾ ਸੰਸਕ੍ਰਿਤ ਦਾ ਹਿੰਦੀ ਦਾ ਵਰਡ ਹੈ ਲੇਹਨ ਦਾ ਕੰਮ। ਲੇਹਨ ਮੀਨਸ ਕਿ ਇਹ ਪੂਰੀ ਆਂਤ ਨੂੰ, ਦੇਖੋ ਆਪਣੇ ਤਾਂ ਇੱਥੇ ਇੰਨੀ ਅਵੇਅਰਨੈਸ ਨਹੀਂ ਹੈ ਸ਼ੇਖਰ ਜੀ, USA ਦੇ ਵਿੱਚ ਲੋਕਾਂ ਦੇ ATM ਕਾਰਡ ਵਾਂਗੂ ਕਾਰਡ ਬਣੇ ਹੋਏ ਨੇ। ਅੱਛਾ। ਉਹ ਇੱਕ ATM ਵਾਂਗੂ ਮਸ਼ੀਨਾਂ ਲੱਗੀਆਂ ਹੋਈਆਂ ਨੇ, ਆਪਣੇ ਆਪ ਜਾ ਕੇ ਕਾਰਡ ਪਾਉਂਦੇ ਨੇ, ਉਹਦਾ ਨੰਬਰ ਆਉਂਦਾ ਹੈ ਔਰ ਸਕਰੀਨ ਤੇ ਆਉਂਦਾ ਵੀ ਇਹਨਾਂ ਨੇ ਕਿੰਨੀ ਦੇਰ ਪਹਿਲਾਂ ਕਲੀਨਿੰਗ ਕਰਾਈ ਹੈ। ਕੋਲਨ ਕਲੀਨਿੰਗ ਕਹਿੰਦੇ ਉਹਨੂੰ। ਤੇ ਉਹ ਕੋਲਨ ਕਲੀਨਿੰਗ ਕਰਨ ਵਾਸਤੇ ਖੁਦ ਆਪਣੇ ਆਪ ਜਾਂਦੇ ਨੇ ਔਰ ਆਪਣੇ ਆਪ ਇੰਸਟਰੂਮੈਂਟ ਨੂੰ ਯੂਜ਼ ਕਰਕੇ ਉੱਥੇ ਉਹਨਾਂ ਨੂੰ ਫੀਡ ਹੋ ਜਾਂਦਾ ਵੀ ਹੁਣ ਤੁਹਾਨੂੰ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਲੋੜ ਹੈ। ਓਕੇ। ਉਹ ਚੀਜ਼ ਦਾ ਅੱਜ ਸਾਡੇ ਲੋਕਾਂ ਨੂੰ ਵੀ ਅਵੇਅਰਨੈਸ ਹੈ। ਹਾਂ, ਸਾਡੇ ਇਸ ਸਮਾਜ ਵਿੱਚ 40-50 ਸਾਲ ਪਹਿਲਾਂ ਲੋਕਾਂ ਨੂੰ ਇਹਦੀ ਅਵੇਅਰਨੈਸ ਸੀ। ਜਿਹੜੇ ਇਹ ਫਾਸਟ ਰੱਖੇ ਜਾਂਦੇ ਨੇ ਨਾ ਕਿਸੇ ਨਾ ਕਿਸੇ ਬਹਾਨੇ, ਇਹ ਵੀ ਉਹਦਾ ਇੱਕ ਅੰਗ ਹੈ, ਇਹ ਵੀ ਦਾ ਬਾਡੀ ਨੂੰ ਡਿਟੌਕਸੀਫਾਈ ਕਰਨ ਦਾ। ਰਾਈਟ। ਔਰ ਜੇ ਪਹਿਲਾਂ ਅਰੰਡੀ ਦਾ ਤੇਲ ਪਿਲਾਇਆ ਜਾਂਦਾ ਸੀ ਨਾ, ਜਿਹਨੂੰ ਆਪਾਂ ਸੂਤਕ ਕਹਿ ਦਿੰਦੇ ਹਾਂ, ਮਤਲਬ ਕਿ ਡਿਲੀਵਰੀ ਤੋਂ ਬਾਅਦ ਵੀ ਜਾਂ ਕੋਈ ਕਰੋਨਿਕ ਡਿਜ਼ੀਜ਼ ਦੇ ਵਿੱਚ ਪਹਿਲਾਂ ਜੇ, ਤਾਂ ਉਹਦਾ ਮਤਲਬ ਵੀ ਇਹੀ ਸੀਗਾ ਵੀ ਤਾਂ ਕਿ ਬਾਡੀ ਸ਼ੁੱਧ ਕਰੀ ਜਾਵੇ। ਸੋ ਇਹ ਜਿਹੜੀਆਂ ਤਿੰਨੇ ਹਰਬਸ ਨੇ, ਧਿਆਨ ਨਾਲ ਨੋਟ ਕਰ ਲਓ। ਅਗਰ ਤੁਸੀਂ ਕਿਤੇ ਵੀ ਬੈਠੇ ਹੋ, ਇਹ ਜਿਸ ਨੂੰ ਵੀ ਪ੍ਰੋਬਲਮ ਲੱਤ ਹੈ ਸ਼ਰਾਬ ਦੀ, ਜਿਹੜੇ ਕਹਿੰਦੇ ਨੇ ਵੀ ਸ਼ਾਮ ਨੂੰ ਸਾਡੇ ਨਾਅਰੇ ਵੱਜਣੇ ਸ਼ੁਰੂ ਹੋ ਜਾਂਦੇ ਨੇ ਜੀ ਪੇਟ ਦੇ ਵਿੱਚ, ਤਾਂ ਹੀ ਸ਼ਰਾਬ ਪੀਂਦੇ ਆ, ਜੇ ਥੋੜ੍ਹੇ ਦਿਨ ਖਿਲਾ ਦੋਗੇ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਉਹ ਪੇਸ਼ੈਂਟ ਹੈ, ਮੈਂ ਕਹਾਂਗਾ ਉਸ ਨੂੰ ਕਾਫੀ ਜ਼ਿਆਦਾ ਆਪਣੇ ਆਪ ਹੀ ਨਫ਼ਰਤ ਹੋਣੀ ਸ਼ੁਰੂ ਹੋ ਜਾਏਗੀ, ਜਾਂ ਫਿਰ ਉਹ ਨਾਅਰੇ ਜਿਹੜੇ ਬੰਦ ਹੋ ਜਾਣਗੇ। ਔਰ ਇੱਕ ਨਾ ਚੀਜ਼ ਮੈਨੂੰ ਹੋਰ, ਇਹ ਖੈਰ ਮੇਰਾ ਆਪਦਾ ਪ੍ਰਿੰਸੀਪਲ ਹੈ, ਮੈਂ ਸਾਰਿਆਂ ਨੂੰ ਨਹੀਂ ਕਹਾਂਗਾ, ਜਿਹੜੇ ਨਾ ਮੈਨੂੰ ਵਾਰ-ਵਾਰ ਫੋਨ ਕਰਦੇ ਨੇ ਜਾਂ ਮੈਂ ਕਈਆਂ ਨੂੰ ਸੁਣਦਾ ਵੀ ਜੀ ਦਵਾਈ ਇਸ ਤਰ੍ਹਾਂ ਹੀ ਦਿਓ ਜੀ ਕਿ ਜਿਹੜਾ ਸ਼ਰਾਬ ਪੀਂਦਾ ਉਹਨੂੰ ਪਤਾ ਨਾ ਲੱਗੇ। ਮੇਰਾ ਥੋੜ੍ਹਾ ਇਸ ਗੱਲ ਦੇ ਪ੍ਰਿੰਸੀਪਲ ਮੇਰਾ ਹੈ ਨਹੀਂ ਇਹ ਕਹਿੰਦਾ, ਮੈਂ ਕਹਿੰਦਾ ਵੀ ਕਦੇ ਵੀ ਕਿਸੇ ਨੂੰ ਕੋਈ ਚੀਜ਼ ਧੋਖੇ ਨਾਲ ਨਾ ਖਿਲਾਓ। ਇਹ ਵੀ ਇੱਕ ਆਤਮਾ ਹੈ, ਜਿਹੜਾ ਡਰਿੰਕ ਕਰ ਰਿਹਾ ਹੈ ਉਹ ਵੀ ਇੱਕ ਆਤਮਾ ਹੈ, ਉਹਦੇ ਅੰਦਰ ਵੀ ਇੱਕ ਪਰਮਾਤਮਾ ਹੈ। ਹੁਣ ਤੁਹਾਡਾ ਸਵਾਲ ਹੋਏਗਾ ਵੀ ਜੀ ਜੇ ਅਸੀਂ ਚੋਰੀ ਨਹੀਂ ਦਿੰਦੇ ਤਾਂ ਉਹ ਖਾਏਗਾ ਹੀ ਨਹੀਂ। ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਤੁਹਾਡੀ ਮੋਟੀਵੇਸ਼ਨ ਕਰਨ ਦੀ ਜਿਹੜੀ ਸਮਰੱਥਾ ਹੈ ਕਿੰਨੀ ਕੁ ਸਟਰੋਂਗ ਹੈ।
ਜੇ ਤੁਸੀਂ ਜਿਵੇਂ ਹੁਣ ਮੈਂ ਤੁਹਾਨੂੰ ਸਮਝਾ ਰਿਹਾ, ਜੇ ਤੁਸੀਂ ਇਸ ਤਰ੍ਹਾਂ ਉਸ ਨੂੰ ਸਮਝਾਓਗੇ ਜਿਹੜਾ ਸਫਰਰ ਹੈ, ਤਾਂ ਮੈਂ ਨਹੀਂ ਮੰਨਦਾ ਕਿ ਉਹਨੂੰ ਅਲਟੀਮੇਟਲੀ ਜੇ ਇੰਸਟੈਂਟਲੀ ਉਹਦਾ ਰਿਐਕਸ਼ਨ ਐਕਸ਼ਨ ਇਹ ਹੋਇਆ ਕਿ ਨਹੀਂ ਮੈਂ ਨਹੀਂ ਖਾਵਾਂਗਾ, ਤਾਂ ਲੇਕਿਨ ਹੌਲੀ ਹੌਲੀ ਨੂੰ ਇੱਕ ਚੀਜ਼ ਸਮਝ ਆਏਗੀ ਵੀ ਇਹ ਇੱਕ ਇੰਪੋਰਟੈਂਟ ਹੈ, ਮੇਰੀ ਬਾਡੀ ਵਾਸਤੇ ਇੰਪੋਰਟੈਂਟ ਹੈ, ਮੈਂ ਆਪਦੇ ਆਪ ਨੂੰ ਜ਼ਹਿਰ ਦੇ ਰਿਹਾ ਔਰ ਜੋ ਮੈਂ ਇਹ ਖਾਵਾਂਗਾ ਇਹ ਮੈਨੂੰ ਸ਼ੁੱਧ ਕਰ ਦੇਗੀ, ਮੈਂ ਠੀਕ ਹੋ ਜਾਵਾਂਗਾ। ਮੈਂ ਨਹੀਂ ਸਮਝਦਾ ਕਿ ਉਹ ਜਿਹੜਾ ਸਫਰਰ ਹੈ ਉਹ ਤੁਹਾਡੀ ਗੱਲ ਨੂੰ ਨਹੀਂ ਮੰਨੇਗਾ। ਪਰ ਵੈਦ ਸਾਹਿਬ, ਮੈਂ ਤੁਹਾਡੇ ਤੋਂ ਇੱਕ ਛੋਟਾ ਜਿਹਾ ਇੱਥੇ ਸਵਾਲ ਕਰਨਾ ਚਾਹੁੰਦਾ, ਕਿਉਂਕਿ ਸ਼ਾਇਦ ਹੋ ਸਕਦਾ ਬਹੁਤ ਸਾਰੇ ਦਰਸ਼ਕਾਂ ਦੇ ਦਿਲ ਦੇ ਵਿੱਚ ਇਹ ਗੱਲ ਆ ਰਹੀ ਹੋਵੇ। ਕਈ ਘਰਾਂ ਦੇ ਵਿੱਚ ਅਸੀਂ ਹਾਲਾਤ ਇਸ ਕਦਰ ਵਿਗੜੇ ਹੋਏ ਦੇਖਦੇ ਹਾਂ ਕਿ ਜਿੱਥੇ ਕੋਈ ਜ਼ਿਆਦਾਤਰ ਮੇਲਸ ਹੀ ਹੁੰਦੇ ਨੇ ਇਸ ਪ੍ਰੋਬਲਮ ਦੇ ਵਿੱਚ, ਕਿ ਡਰਿੰਕ ਐਡਿਕਟ ਹੈਗਾ ਕੋਈ, ਤਾਂ ਉਹਨਾਂ ਦੀ ਵਾਈਫ ਜਾਂ ਉਹਨਾਂ ਦੇ ਬੱਚੇ ਇੰਨਾ ਜ਼ਿਆਦਾ ਸਫਰ ਕਰ ਰਹੇ ਹੁੰਦੇ ਨੇ ਔਰ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਵੀ ਬੰਦਾ ਉਹ ਆਪਣੀ ਆਦਤ ਨੂੰ ਨਹੀਂ ਛੱਡਦਾ, ਤਾਂ ਉੱਥੇ ਪਰਿਵਾਰ ਕੋਲੇ ਕੋਈ ਹੋਰ ਆਪਸ਼ਨ ਨਹੀਂ ਰਹਿੰਦੀ ਹੈਗੀ ਇਸ ਨੂੰ ਚੁਣਨ ਦੇ ਲਈ ਕਿ ਅਗਰ ਉਹ ਉਸ ਨੂੰ ਬਿਨਾਂ ਦੱਸੇ ਉਸ ਨੂੰ ਦਵਾਈ ਦੇਣ, ਤਾਂ ਉੱਥੇ ਉਹਨਾਂ ਹਾਲਾਤਾਂ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਮੈਂ ਜਿਵੇਂ ਤੁਹਾਨੂੰ ਹੁਣੇ ਦੱਸਿਆ ਸੀ ਨਾ ਜੀ, ਜੇ ਇਹ ਹਾਲਾਤ ਵੀ ਹੋਣ ਤਾਂ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ। ਇਹ ਪਹਿਲੀ ਸਟੇਜ ਹੈ ਕਿਸੇ ਨੂੰ ਸ਼ਰਾਬ ਜਾਂ ਕਿਸੇ ਨੂੰ ਨਸ਼ਾ ਛਡਾਉਣ ਦੀ। ਜਿਹੜੇ ਸਰਾਊਂਡਿੰਗ 'ਚ ਨੇ ਉਹ ਹੌਸਲਾ ਨਾ ਹਾਰਨ। ਹੁਣ ਤੁਹਾਨੂੰ ਮੈਂ ਦੱਸਦਾ, ਜਿਹੜੀ ਇਹ ਦਵਾਈਆਂ ਨੇ ਕੜਵੀਆਂ ਨੇ ਜੀ, ਅਗਰ ਤੁਸੀਂ ਦਾਲ ਸਬਜ਼ੀ ਕਿਸੇ ਚੀਜ਼ 'ਚ ਪਾ ਕੇ ਦਿਓਗੇ, ਅਗਰ ਉਸ ਨੂੰ ਪਤਾ ਲੱਗ ਗਿਆ ਵੀ ਮੈਨੂੰ ਇਹ ਮਿਸਗਾਈਡ ਕਰ ਰਹੇ, ਮਿਸਲੀਡ ਕਰ ਰਹੇ ਨੇ, ਤਾਂ ਉਦੋਂ ਭਿਅੰਕਰ ਸਥਿਤੀ ਵੀ ਆ ਸਕਦੀ ਵੀ ਸ਼ਾਇਦ ਮੈਨੂੰ ਇਹ ਕੋਈ ਮਾਰਨ ਵਾਸਤੇ ਚੀਜ਼ਾਂ ਦੇ ਰਹੇ ਨੇ। ਜੋ ਇੰਨਾ ਹੀ ਵਾਇਲੈਂਟ ਕਰੇਗਾ ਸਫਰਰ, ਤਾਂ ਇਹ ਵੀ ਤਾਂ ਸਮਝ ਸਕਦਾ ਉਹ ਹੋ ਸਕਦਾ ਜਿਹੜਾ ਤੁਹਾਨੂੰ ਕੋਆਪਰੇਟ ਕਰੇ ਉਹਨਾਂ ਵੀ ਕੋਆਪਰੇਟ ਨਾ ਕਰੇ। ਜੇ ਮੰਨ ਲਓ ਉਹਦੀ ਇੰਨੀ ਸਟੇਜ ਖਰਾਬ ਹੈ ਕਿ ਉਹ ਨਾ ਤੁਰ ਸਕਦਾ, ਨਾ ਟਾਇਲਟ ਜਾ ਸਕਦਾ, ਫਿਰ ਉਹਨੂੰ ਇਮੀਡੀਏਟਲੀ ਦਾਖਲ ਕਰਵਾਓ ਤਾਂ ਕਿ ਉਹਨੂੰ ਨਰਵਸ ਸਿਸਟਮ ਜਿਹੜਾ ਇੰਨਾ ਵੀਕ ਹੋ ਚੁੱਕਿਆ ਹੈਗਾ। ਮੈਂ ਵੈਸੇ ਅੱਗੇ ਆਉਣਾ ਨਰਵਸ ਸਿਸਟਮ ਦੇ ਵੀ। ਹੁਣ ਪਹਿਲੀ ਸਟੇਜ ਤਾਂ ਇਹੀ ਹੈ, ਚਾਹੇ ਉਹ ਸ਼ਰਾਬ ਪੀ ਰਿਹਾ ਹੈ, ਚਿੱਟਾ ਖਾ ਰਿਹਾ ਹੈ, ਅਫੀਮ ਦਾ ਥੋੜ੍ਹਾ ਮੈਂ ਡਿਫਰੈਂਟ ਦੱਸਾਂਗਾ, ਉਹਨਾਂ ਨੂੰ ਤੁਸੀਂ ਇਹ ਤਿੰਨੇ ਹਰਬ ਦਾ ਸੇਵਨ ਸ਼ੁਰੂ ਕਰਾ ਦਿਓ। ਹੁਣ ਮੈਂ ਇਹ ਦੇਖਿਆ ਹੈਗਾ ਕਿ ਕਈ ਲੋਕ ਜਦੋਂ ਸ਼ਰਾਬ 1 ਜਾਂ 2 ਦਿਨ ਛੱਡ ਜਾਂਦੇ ਨੇਗੇ, ਉਹਨਾਂ ਦੀ ਮੈਮਰੀ ਵੀਕ ਹੋਣੀ ਸ਼ੁਰੂ ਹੋ ਜਾਂਦੀ, ਕਿਉਂਕਿ ਜਿਹੜੀ ਚੀਜ਼ ਨਾਲ ਉਹਨਾਂ ਨੂੰ ਜ਼ਿਆਦਾ ਐਕਟੀਵੇਟ ਹੁੰਦੇ ਨੇ। ਹਾਂਜੀ, ਉਹਦੇ ਵਾਸਤੇ ਆਯੁਰਵੇਦ ਦੇ ਵਿੱਚ 2 ਹਰਬ ਬਹੁਤ ਅੱਛੀਆਂ ਨੇ, ਬਹੁਤ ਵਧੀਆ ਰਿਜ਼ਲਟ ਨੇਗੇ। ਉਹ ਹੈ ਕਿ ਜਟਾਮਾਨਸੀ, ਦੂਸਰੀ ਹੈ ਬ੍ਰਹਮੀ। ਜਟਾਮਾਨਸੀ ਔਰ ਬ੍ਰਹਮੀ, ਇਹਨਾਂ ਨੂੰ ਅਗਰ ਤੁਸੀਂ ਨਾਲ ਇਹ ਸੇਵਨ ਸ਼ੁਰੂ ਕਰਵਾ ਦਿਓ, ਕਿਹਦੇ ਨਾਲ? ਕੁਟਕੀ, ਕਾਲਮੇਘ, ਭੂਮੀ ਆਮਲਾ, ਤਿੰਨੋਂ ਨੂੰ ਸਮਾਨ ਮਾਤਰਾ ਵਿੱਚ ਲੈ ਕੇ ਪਾਊਡਰ ਬਣਾ ਕੇ ਰੱਖ ਸਕਦੇ ਹੋ ਜੀ। ਜੇ ਤੁਸੀਂ ਬ੍ਰਹਮੀ ਦਾ ਲੇਪ ਵੀ ਕਰਵਾ ਸਕਦੇ ਹੋ, ਬ੍ਰਹਮੀ ਦੀਆਂ ਟੈਬਲੇਟ ਵੀ ਆਉਂਦੀਆਂ ਨੇ, ਔਰ ਨਾਲ ਜਟਾਮਾਨਸੀ, ਇਹ ਦੋਨਾਂ ਦਾ ਪਾਊਡਰ ਬਣਾ ਕੇ ਨਾਲ 1 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰ ਦਿਓ, ਤਾਂ ਜਿਹੜਾ ਪੇਸ਼ੈਂਟ ਉਹ ਮਾਨਸਿਕ ਤੌਰ ਤੇ ਵੀ ਆਪਣੇ ਆਪ ਨੂੰ ਬਹੁਤ ਸਿਹਤਮੰਦ ਸਮਝੇਗਾ। ਹੁਣ ਤੀਸਰੀ ਇਹਦੇ ਨਾਲ ਜਿਹੜੀ ਚੀਜ਼ ਆਉਂਦੀ ਹੈ, ਜਿਹੜੇ ਆਪਾਂ ਜਿਹਨੂੰ ਵਿਡਰਾ ਸਿੰਪਟਮ ਕਹਿ ਦਿੰਦੇ ਆ, ਉਹ ਅਕਸਰ ਸਾਰੇ ਸਹਿਮਤ ਨੇ, ਕੜਲਾਂ ਪੈਂਦੀਆਂ ਨੇ, ਬਾਡੀ ਏਕ ਹੁੰਦਾ ਹੈ, ਕੁਝ ਖਾਇਆ ਪੀਆ, ਵੋਮਿਟਿੰਗ ਹੁੰਦੀ ਹੈ ਜੀ। ਦੇਖੋ, ਇੱਕ ਵਾਰ ਤਾਂ ਮੈਂ ਜਿੰਨੇ ਸਫਰ ਸੁਣ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਥੋੜ੍ਹਾ ਜਿਹਾ ਹੌਸਲਾ ਰੱਖੋ, ਉਹਦੇ ਬਿਲ ਪਾਵਰ ਨੂੰ ਵੀਕ ਨਾ ਕਰੋ। ਤੁਹਾਨੂੰ ਹੋ ਸਕਦਾ ਵਿਡਰਲ ਸਿੰਪਟਮ ਵੀ ਬਹੁਤ ਘੱਟ ਆਉਣ। ਜੇ ਮੰਨ ਲਓ ਜ਼ਿਆਦਾ ਵਿਡਰਲ ਸਿੰਪਟਮ ਨੇਗੇ, ਤਾਂ ਸ਼ਿਲਾਜੀਤ ਔਰ ਅਸਗੰਧ ਇਹ ਬਹੁਤ ਅੱਛੇ ਨਰਵਾਈਨ ਟੋਨਿਕ ਨੇ। ਦੇਖੋ, ਇਹਨਾਂ ਤਿੰਨਾਂ ਚੀਜ਼ਾਂ ਦਾ ਸਬਸਟੀਟਿਊਟ ਸਾਡੇ ਕੋਲ ਵੀ ਹੈ। ਤੁਸੀਂ ਮੇਰੀ ਵੈਬਸਾਈਟ 'ਤੇ ਜਾ ਕੇ, ਜੇ ਮੈਂ ਕੁਟਕੀ, ਅਸੀਂ ਕੁਟਕੀ ਨੂੰ ਕੈਪਸੂਲ ਵਿੱਚ ਭਰਿਆ ਹੋਏਗਾ, ਤਾਂ ਕਿ ਉਹ ਕੜਵੀ ਬਹੁਤ ਹੁੰਦੀ ਹੈ। ਚੰਡੀਗੜ੍ਹ ਆਯੁਰਵੇਦ ਸੈਂਟਰ, ਸਾਡੀ ਵੈਬਸਾਈਟ 'ਤੇ ਜਾ ਕੇ ਤੁਸੀਂ ਘਰੇ ਬੈਠ ਕੇ ਸਾਡੇ ਕੋਲ ਮੈਡੀਸਿਨ ਮੰਗਵਾ ਸਕਦੇ ਹੋ ਐਮਾਜੋਨ ਦੇ ਉੱਪਰ, ਔਰ ਹੁਣ ਅਸੀਂ 1 mg 'ਤੇ ਵੀ ਆ ਗਏ ਹਾਂ, ਫਲਿੱਪਕਾਰਟ 'ਤੇ ਵੀ ਹਾਂ। ਔਰ ਸਿਮਿਲਰਲੀ ਬ੍ਰਹਮੀ ਔਰ ਜਟਾਮਾਨਸੀ, ਇਹਦੇ ਵਾਸਤੇ ਵੀ ਅਸੀਂ ਬਰੋਡਲੇ ਸਿਰਪ ਵੀ ਬਣਾਇਆ ਹੋਏਗਾ, ਟੈਬਲੇਟ ਵੀ ਨੇ, ਕੈਪਸੂਲ ਵੀ ਨੇ। ਨਰਵਪ, ਇੱਕ ਜਿਹੜੀ ਤੁਸੀਂ ਕੜਲਾਂ ਪੈਂਦੀਆਂ ਨੇ, ਅਸੀਂ ਨਰਵਪ ਇੰਨੀ ਅੱਛੀ, ਮਕਰ ਰਸਾਇਣ ਤੇ ਨਰਵਪ ਡਰਗ ਆਫ ਚੋਇਸ ਇਹਦੇ ਵਾਸਤੇ। ਔਰ ਲਿਵਰ ਨੂੰ ਟੋਨ ਅਪ ਕਰਨ ਵਾਸਤੇ, ਤਾਂ ਕਿ ਕੈਪਸੂਲ ਵੀ ਕਈਆਂ ਨੂੰ ਖਾਣੇ ਔਖੇ ਹੁੰਦੇ ਨੇਗੇ, ਅਸੀਂ ਲਿਵਰ ਕੇਅਰ ਟੈਬਲੇਟ ਬਣਾਈ ਹੈ, ਜਿਹਦੇ ਵੰਡਰਫੁਲ ਰਿਜ਼ਲਟ ਨੇ। ਜਿੰਨੇ ਮਰਜ਼ੀ SGOT SGPT ਵਧੇ ਹੋਣ, 10 ਦਿਨ 15 ਦਿਨ ਜ਼ਿਆਦਾ 20 ਦਿਨ ਉਹ ਇਨਟੇਕ ਕਰਨ ਨਾਲ ਜਿਹੜਾ ਹੈ ਉਹ ਸਾਰੇ ਟੈਸਟ ਜਿਹੜੇ ਨੋਰਮਲ ਹੋ ਜਾਂਦੇ ਨੇ। ਸੋ ਇਹ ਤਿੰਨੇ ਸਟੇਜਸ ਆਉਂਦੀਆਂ ਨੇ। ਪਹਿਲੀ ਸ਼ੁਰੂ ਕਰਾਉਣਾ ਹੈਗਾ ਡੀਟੌਕਸੀਫਾਈ ਕਰਨ ਵਾਸਤੇ ਜੀ। ਦੂਸਰੀ, ਮੈਂਟਲੀ ਕੋਈ ਪ੍ਰੋਬਲਮ ਨਾ ਆਵੇ ਉਹਦੇ ਵਾਸਤੇ। ਤੀਸਰੀ, ਜਦੋਂ ਕੜਲਾਂ ਵੀਕਨੈਸ ਹੁੰਦੀ ਹੈ ਜਾਂ ਬਹੁਤ ਜ਼ਿਆਦਾ ਜਿਹੜਾ ਹੈ ਬਾਡੀ ਏਕ ਹੁੰਦਾ ਹੈਗਾ, ਉਹਨੂੰ ਇਹ ਜਿਹੜੀਆਂ ਦਵਾਈਆਂ ਮੈਂ ਦੱਸੀਆਂ ਨੇ, ਸ਼ਿਲਾਜੀਤ ਹੋਈ, ਅਸਗੰਧ ਹੋਈ, ਔਰ ਸਾਡੀ ਜਿਹੜੀ ਨਰਵਪ ਹੈ, ਮਕਰ ਰਸਾਇਣ ਹੈ, ਇਹ ਉਹ ਮੈਡੀਸਿਨ ਨੇ। ਵਾਤਾ ਬੈਲੈਂਸ, ਦੇਖੋ ਵਾਯੂ ਦਾ ਗਮਨ ਵੱਧਦਾ ਹੈ, ਵਾਯਾਤ ਜਿਹੜਾ ਸਾਡਾ ਇੰਬੈਲੈਂਸ ਹੁੰਦਾ ਹੈਗਾ,
ਸਾਡੀ ਸਾਈਟ ਤੇ ਜਾ ਕੇ ਦੇਖਿਓ ਬਾਤਾ ਬੈਲੈਂਸ, ਉਹ 'ਚ ਇੰਨੇ ਅੱਛੇ ਇਨਗਰੀਡੀਐਂਟ ਜਿਹਦਾ ਕੋਈ ਸਾਈਡ ਇਫੈਕਟ ਨਹੀਂ। ਜਿਹੜੇ ਤੁਸੀਂ ਇਹ ਦੇਖ ਰਹੇ ਹੋ ਨਾ, ਇਹ ਜਿੰਨੇ ਸੈਂਟਰ ਬਣੇ ਹੋਏ ਨੇ ਕਿ ਨਸ਼ਾ ਛਡਾਊ, ਇਹ ਪਹਿਲਾਂ ਇੱਕ ਵੱਡੇ ਨਸ਼ੇ ਤੋਂ ਦੂਜੇ ਤੇ ਟ੍ਰਾਂਸਫਰ ਕਰਦੇ ਨੇ, ਫਿਰ ਦੂਜੇ ਤੋਂ ਤੀਜਾ, ਮਤਲਬ ਕਿ ਅਲਟੀਮੇਟਲੀ ਤੁਹਾਨੂੰ ਇੱਕ ਨਸ਼ੇ ਤੋਂ ਦੂਜੇ ਨਸ਼ੇ ਤੇ ਪਾ ਕੇ ਬਾਏ ਬਾਏ ਕਹਿੰਦੇ ਨੇ, ਜਾ ਕੇ ਪੇਸ਼ੈਂਟ ਠੀਕ ਨਹੀਂ ਹੁੰਦਾ। ਇੱਕ ਆਯੁਰਵੇਦ ਇਸ ਤਰ੍ਹਾਂ ਦੀ ਥਿਊਰੀ ਹੈ ਜਿਹਦੇ ਨਾਲ ਬਾਡੀ ਨੂੰ ਡਿਟੌਕਸੀਫਾਈ ਕੀਤਾ ਜਾਂਦਾ, ਫਿਰ ਉਹਦੀ ਇਮਿਊਨਿਟੀ ਬਣਾਈ ਜਾਂਦੀ ਹੈ, ਫਿਰ ਜੋ ਵਿਡਰਾਲ ਸਿੰਪਟਮ ਨੇ ਉਹਨਾਂ ਨੂੰ ਕਵਰ ਕੀਤਾ ਜਾਂਦਾ। ਜੀ ਹੁਣ ਕਾਲ ਲੈ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ? ਵੋਲਿਊਮ ਦੇਖ ਲਿਓ। ਵੋਲਿਊਮ ਓਕੇ ਜੀ, ਉਹਨਾਂ ਵੱਲੋਂ ਹੀ ਨਹੀਂ ਆਵਾਜ਼ ਆ ਰਹੀ। ਤੁਸੀਂ ਦੁਬਾਰਾ ਪਲੀਜ਼ ਕਾਲ ਕਰ ਲਓ, ਤੁਹਾਡੀ ਆਵਾਜ਼ ਨਹੀਂ ਆਈ ਹੈਗੀ ਜੀ। ਹੁਣ ਜੀ ਆਪਾਂ ਨੂੰ ਮੌਕਾ ਮਿਲਿਆ ਜੇ ਦਰਸ਼ਕਾਂ ਨੇ ਗੱਲ ਮੰਨ ਲਈ, ਅਫੀਮ ਬਾਰੇ ਥੋੜਾ ਡਿਫਰੈਂਟ ਜੀ। ਨਸ਼ਾ ਤਾਂ ਉਹ ਵੀ ਨਸ਼ਾ ਹੀ ਹੈ ਨਾ। ਅਫੀਮ ਜਿਹੜੀ ਹੈ ਜੀ, ਅਫੀਮ ਜਿਹਨੂੰ ਆਪਾਂ ਕਹਿੰਦੇ ਆ, ਇਹ ਸਤੰਭਕ ਹੈ, ਇਹ ਇੰਟੈਸਟਾਈਨ 'ਚ ਜ਼ਿਆਦਾ ਜਾਮ ਕਰਦੀ ਹੈ। ਅੱਛਾ। ਇਹ ਅਫੀਮ ਖਾਣ ਵਾਲਾ ਵਿਅਕਤੀ ਅਕਸਰ ਕਨਸਟੀਪੇਸ਼ਨ ਦਾ ਸ਼ਿਕਾਰ ਹੋਏਗਾ, ਅਕਸਰ ਉਹਨੂੰ ਐਸਿਡਿਟੀ ਹੁੰਦੀ ਹੋਏਗੀ। ਆਪਣੇ ਨਾਲ ਦਰਸ਼ਕ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਬੇਟਾ ਅਸੀਂ ਐਡਮਿੰਟਨ ਤੋਂ ਗੱਲ ਕਰਦੇ ਹਾਂ। ਠੀਕ ਹੈ ਜੀ, ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਬਲਵਿੰਦਰ ਹੈ ਜੀ। ਠੀਕ ਹੈ ਜੀ। ਮੇਰੀ ਪ੍ਰੋਬਲਮ ਆ ਵੀ ਮੇਰੇ ਲੱਤਾਂ ਬਹੁਤ ਦੁਖਦੀਆਂ ਜਦੋਂ ਮੈਂ ਤੁਰਦੀ ਹਾਂ। ਠੀਕ ਹੈ ਜੀ। ਤੇ ਫਿਰ ਮੇਰਾ ਤੁਰਨ ਨੂੰ ਜੀ ਨਹੀਂ ਕਰਦਾ, ਵੀ ਥੋੜੀ ਜਿਹੀ ਵਾਟੀ ਤੁਰ ਲਾ ਕੇ ਬਹੁਤ ਲੱਤਾਂ ਦੁਖਦੀਆਂ। ਏਜ ਕਿੰਨੀ ਹੈ ਤੁਹਾਡੀ? ਗੋਡੇ ਏਜ ਮੇਰੀ 64 ਸਾਲ ਆ ਜੀ, ਤੇ ਗੋਡੇ ਵੀ ਦੁਖਦੇ ਆ, ਥਾਇਰਾਇਡ ਵੀ ਆ, ਬਲੱਡ ਪ੍ਰੈਸ਼ਰ ਵੀ ਹਾਈ। ਥਾਇਰਾਇਡ ਵੀ ਹੈਗਾ ਤੇ ਬਲੱਡ ਪ੍ਰੈਸ਼ਰ ਵੀ ਹਾਈ ਰਹਿੰਦਾ? ਹਾਂਜੀ ਹਾਂਜੀ। ਠੀਕ ਹੈ। ਵੈਦ ਸਾਹਿਬ ਕੋਈ ਸਵਾਲ ਤੁਹਾਡੇ ਵੱਲੋਂ? ਤੁਹਾਨੂੰ ਕਨਸਟੀਪੇਸ਼ਨ ਰਹਿੰਦੀ ਹੈ ਬਲਜਿੰਦਰ ਜੀ? ਹਾਂਜੀ ਹਾਂਜੀ ਰਹਿੰਦੀ ਆ ਮੈਨੂੰ ਨਾ, ਦੂਜਾ ਵੀ ਸਖਤ ਹੁੰਦੀ ਆ ਕੋਲ। ਹਾਂਜੀ ਹਾਂ, ਤੁਸੀਂ ਪ੍ਰੋਗਰਾਮ ਦੇਖਦੇ ਰਹੋ, ਰੋਜ਼ ਇੱਕ ਵਾਰ ਤੁਸੀਂ ਟੀਵੀ ਦੇਖਦੇ ਰਹੋ, ਮੈਂ ਤੁਹਾਨੂੰ ਹੁਣ ਇਹਦਾ ਉਪਚਾਰ ਦੱਸਾਂਗਾ ਜੀ। ਓਕੇ, ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਅਫੀਮ ਜਿਹੜੀ ਹੈ ਨਾ ਜੀ, ਅਫੀਮ ਆਂਤ ਦੇ ਉੱਪਰ ਜ਼ਿਆਦਾ ਜਿਹੜਾ ਹੈ ਪ੍ਰਭਾਵ ਔਰ ਨਾਲ ਮੈਮਰੀ ਤੇ। ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਕਹਿ ਦਿੰਦੇ ਆ ਵੀ ਦੇਖੋ ਜੀ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਲੀਜ਼ ਤੁਸੀਂ ਟੀਵੀ ਦੀ ਆਵਾਜ਼ ਪਿੱਛੋਂ ਬੰਦ ਕਰਕੇ ਫੋਨ ਦੇ ਉੱਤੇ ਗੱਲ ਕਰਿਓ ਸਾਡੇ ਨਾਲ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਲਓ ਜੀ। ਹਾਂ, ਮੇਰਾ ਨਾਮ ਤੇ ਜੀ ਐਸ ਵੜੈਚ ਜੀ, ਟੋਰਾਂਟੋ ਜੀ। ਵੜੈਚ ਸਾਹਿਬ, ਮੈਂ ਇਹ ਚੀਜ਼ ਕਹਿ ਰਿਹਾ, ਜਿਹੜੇ ਬੱਚਿਆਂ ਨੂੰ ਅੱਜ ਚੱਲ ਰਿਹਾ ਪ੍ਰੋਗਰਾਮ ਵੀ ਨਸ਼ੇ ਕਰਦੇ ਨੇ, ਦੂਜੇ ਕਰਦੇ ਨੇ, ਨਸ਼ਿਆਂ ਦਾ ਕੋਈ ਕਾਰਨ ਨਹੀਂ ਹੁੰਦਾ ਨਾ। ਜਦੋਂ ਬੱਚਾ ਜਵਾਨ ਕਰਦਾ, ਬੁੱਢਿਆਂ ਦਾ ਚਲੋ ਮੰਨ ਲਿਆ ਉਮਰ ਲੰਘੀ ਹੁੰਦੀ ਹੈ, ਤੇ ਉਹਦੇ ਬਾਰੇ ਵੀ ਇਹ ਡਾਕਟਰ ਸਾਹਿਬ ਨੂੰ ਦੱਸਣਾ ਚਾਹੀਦਾ ਵੀ ਕਿਉਂ ਕਰਦੇ ਨੇ ਨਸ਼ਾ। ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੜੈਚ ਸਾਹਿਬ, ਅਸੀਂ ਪਿਛਲੇ ਐਪੀਸੋਡ ਦੇ ਵਿੱਚ ਇਹ ਚੀਜ਼ਾਂ ਹੀ ਡਿਸਕਸ ਕੀਤੀਆਂ ਸੀਗੀਆਂ ਵੀ ਕਿਉਂ, ਕੀ ਕਾਰਨ ਨੇ, ਬੜੀ ਸਾਰੀ ਗੱਲਾਂ, ਤੇ ਅੱਜ ਅਸੀਂ ਉਹਦਾ ਉਪਚਾਰ ਦੱਸ ਰਹੇ ਹਾਂ। ਤੁਸੀਂ YouTube ਤੇ ਪਿਛਲਾ ਐਪੀਸੋਡ ਦੇਖ ਸਕਦੇ ਹੋ ਸਾਡਾ, ਜਿਹੜਾ ਪਿਛਲਾ, ਉਹਦੇ ਵਿੱਚ ਇਹਦੇ ਬਾਰੇ ਗੱਲ ਉਹਦੀ ਮੈਂ ਤੁਹਾਨੂੰ ਦੱਸਾਂਗਾ। ਚਲੋ ਅਸੀਂ ਵੀ ਕੋਈ ਜਾਣਦੇ ਤਾਂ ਤੁਹਾਡੇ ਨਾਲ ਗੱਲ ਕਰ ਰਹੇ ਨਾ। ਜਿਹੜੇ ਬੱਚੇ ਨੌਜਵਾਨ ਚ ਕਰਦੇ ਨੇ ਨਾ, ਇਹ ਕਿਹੜੀ ਗੱਲ ਤੋਂ? ਇੱਕ ਤੇ ਕੋਈ ਇੱਥੇ ਫਿਜ਼ੀਕਲ ਵਰਕ ਕਰਕੇ ਕੋਈ ਰਾਜੀ ਕਿਤੇ ਇੱਥੇ ਟੋਰਾਂਟੋ ਕੈਨੇਡਾ ਚ, ਤੇ ਇੱਕ ਉਹਨਾਂ ਨੂੰ ਇਹ ਦੱਸੋ ਬਈ ਇਸ ਚੀਜ਼ ਦੇ ਨਾਲ ਤੁਸੀਂ ਫਿਜ਼ੀਕਲ ਵਰਕ ਜ਼ਿਆਦਾ ਕਰੋ। ਦੂਜੀ ਦੇਸੀ ਦਵਾਈਆਂ ਬਹੁਤ ਨੇ, ਇਹ ਕਮਜ਼ੋਰੀ ਆ ਜਾਂਦੀ, ਕਮਜ਼ੋਰੀ ਦੀ ਵਜ੍ਹਾ ਨਾਲ ਨਸ਼ਾ ਕਰਦੇ ਨੇ, ਪਰਿਵਾਰ ਵੀ ਖਤਮ, ਦੂਜੇ ਵੀ ਖਤਮ, ਤੇ ਉਹ ਜਿਹੜੀਆਂ ਚੀਜ਼ਾਂ ਤਾਕਤ ਆਉਂਦੀਆਂ ਨੇ ਨਾ, ਉਹਨਾਂ ਦੇ ਬਾਰੇ ਇਹਨਾਂ ਪਬਲਿਕ ਨੂੰ ਦੱਸੋ। ਬੜੈਚ ਸਾਹਿਬ, ਅਸੀਂ ਇਹ ਸਾਰੀਆਂ ਚੀਜ਼ਾਂ ਦੱਸ ਚੁੱਕੇ ਹਾਂ। ਮਿਹਰਬਾਨੀ ਜੀ, ਤੁਸੀਂ ਵੀ ਆਪਣਾ ਸੁਝਾਅ ਦਿੱਤਾ ਹੈ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਤੁਹਾਡੀ ਗੱਲ ਨੂੰ ਮੈਂ ਹਾਈਲਾਈਟ ਕਰਾਂਗੇ ਜੀ ਇਸ ਗੱਲ ਜੀ। ਇਹ ਨਾ ਇਹ ਬੱਚਿਆਂ ਨੂੰ ਨਾ ਇਸ ਚੀਜ਼ ਤੋਂ ਸਮਝਾਓ। ਇਹ ਚਾਟੋ ਚ ਇੰਡੀਆ ਦੀ ਬਹੁਤ ਚੀਜ਼ ਹੈ, ਰੂਟੀਆਂ ਦੱਸੋ, ਦੇਸੀ ਦਵਾਈ। ਠੀਕ ਹੈ ਜੀ, ਮਿਹਰਬਾਨੀ ਜੀ। ਤਾਂ ਆਪੇ ਹਟ ਜਾਣਗੇ ਜੀ। ਹਾਂਜੀ ਹਾਂਜੀ, ਠੀਕ ਹੈ ਸਰ ਜੀ। ਵੈਦ ਸਾਹਿਬ, ਅਫੀਮ ਵਾਲੀ ਗੱਲ, ਅਫੀਮ ਦੇ ਵਿੱਚ ਕੀ ਹੈ ਜੀ, ਅਕਸਰ ਅਫੀਮ ਵਾਲਾ ਬੰਦੇ ਦੀ ਅੱਖ ਖੜੀ ਹੁੰਦੀ ਹੈ, ਆਪਾਂ ਕਹਿੰਦੇ ਉਹਦੀ ਅੱਖ ਬੜੀ ਖੜੀ ਰਹਿੰਦੀ ਹੈ, ਔਰ ਚਿਹਰੇ ਤੇ ਲਾਲੀ ਹੋਏਗੀ। ਇਹ ਸਾਡੀਆਂ ਵੈਸੇ ਉਹ ਚੀਜ਼ਾਂ ਜਿਹੜੀਆਂ ਕਿ ਅਸੀਂ ਡਾਇਗਨੋਸ ਕਰ ਲੈਂਦੇ ਬੜੀ ਜਲਦੀ। ਪਲੀਜ਼ ਤੁਸੀਂ ਯਾਰ ਕਾਲ ਲੈ ਲਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਮ ਦੱਸ ਦਿਓ ਜੀ ਤੇ ਕਿਹੜੀ ਜਗ੍ਹਾ ਤੋਂ ਗੱਲ ਕਰਦੇ ਹੋ? ਇੱਕ ਬੇਨਤੀ ਕਰਨੀ ਸੀ। ਮੈਂ ਮਨੋਹਰ ਸਿੰਘ ਬੋਲਦਾ ਜੀ। ਮਨੋਹਰ ਜੀ, ਕਿੱਥੋਂ ਗੱਲ ਕਰ ਰਹੇ ਹੋ? ਮੈਂ ਬੇਨਤੀ ਇਹ ਕਰਨਾ ਸੀਗਾ ਜੀ ਕਿ ਮਨੋਹਰ ਸਾਹਿਬ ਕਿੱਥੋਂ ਗੱਲ ਕਰ ਰਹੇ ਹੋ? ਬੇਨਤੀ ਕਰ ਲਿਓ ਸਰ। ਸਰ ਪਲੀਜ਼ ਸਾਡੀ ਵੀ ਸੁਣਿਆ ਕਰੋ ਜਦੋਂ ਅਸੀਂ ਕਾਲ ਕਰਦੇ, ਪਲੀਜ਼ ਕਿਰਪਾ ਕਰਕੇ ਰਿਕੁਐਸਟ ਹੈ ਤੁਹਾਨੂੰ। ਤੁਸੀਂ ਪਹਿਲਾਂ ਆਪਣਾ ਦੱਸਤਾ, ਮਨੋਹਰ ਸਿੰਘ ਜੀ ਤੁਹਾਡਾ ਨਾਮ ਹੈਗਾ, ਤੁਸੀਂ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਤੇ ਉਮਰ ਦੱਸ ਦਿਓ ਪਲੀਜ਼ ਪਹਿਲਾਂ।
ਮੈਂ ਬ੍ਰਹਮਟਨ ਤੋਂ ਬੋਲਦਾ ਜੀ, 75 ਸਾਲ ਉਮਰ ਹੈ ਜੀ। ਠੀਕ ਹੈ ਜੀ, ਹੁਣ ਤੁਸੀਂ ਆਪਣਾ ਸਵਾਲ ਕਰੋ। ਮੈਂ ਇਹ ਕਰਨੀ ਚਾਹੁੰਦਾ ਸੀ ਵੀ ਮੇਰੇ ਨਾ ਨਾੜਾਂ ਬੜੀਆਂ ਚੜ੍ਹਦੀਆਂ, ਹੱਥਾਂ ਦੀਆਂ ਵੀ ਤੇ ਲੱਤਾਂ ਦੀਆਂ ਵੀ ਜੀ, ਬਹੁਤ ਜ਼ਿਆਦਾ ਕਰੇਲਾਂ ਦੀਆਂ ਪੈਂਦੀਆਂ। ਵੈਦ ਸਾਹਿਬ ਕੋਈ ਠੀਕ ਹੈ ਸਵਾਲ ਜੀ, ਤੁਹਾਡੇ ਬਸ ਵੱਲੋਂ? ਠੀਕ ਹੈ ਜੀ, ਮੈਂ ਦੱਸਾਂਗਾ ਜੀ ਇਹਨਾਂ ਨੂੰ। ਜੀ ਤੁਸੀਂ ਪ੍ਰੋਗਰਾਮ ਦੇਖੋ, ਹੁਣ ਤੁਹਾਨੂੰ ਤੁਹਾਡਾ ਨਾਮ ਲੈ ਕੇ ਅਸੀਂ ਇਹਦਾ ਉਪਚਾਰ ਦੱਸਾਂਗੇ ਜੀ। ਮਿਹਰਬਾਨੀ ਜੀ। ਠੀਕ, ਬਹੁਤ ਮਿਹਰਬਾਨੀ, ਤਕਲੀਫ ਮਾਫ ਜੀ। ਨਹੀਂ ਜੀ, ਨਹੀਂ ਕੋਈ ਗੱਲ ਨਹੀਂ। ਸੋ ਦਰਸ਼ਕਾਂ ਨੂੰ ਪਲੀਜ਼ ਰਿਕੁਐਸਟ ਹੈ, ਪਲੀਜ਼ ਬੁਰਾ ਨਾ ਮੰਨਣਾ ਇਸ ਗੱਲ ਦਾ। ਤੁਸੀਂ ਨਾਮ ਹੋਰ ਆਪਣੀ ਜਗ੍ਹਾ ਔਰ ਉਮਰ ਦੱਸ ਦਿੰਦੇ ਹੋ ਤਾਂ ਉਹਦੇ ਨਾਲ ਇਲਾਜ ਦੱਸਣਾ ਤੁਹਾਡਾ ਈਜ਼ੀ ਹੋ ਜਾਂਦਾ, ਔਰ ਬਾਅਦ 'ਚ ਜਵਾਬ ਦੇਣਾ ਹੁੰਦਾ ਤਾਂ ਤੁਹਾਡਾ ਸਹੀ ਨਾਮ ਲੈ ਕੇ, ਤੁਹਾਡਾ ਜਗ੍ਹਾ ਦਾ ਨਾਮ ਲੈ ਕੇ ਅਸੀਂ ਦੱਸ ਪਾਉਂਦੇ ਹਾਂ ਜੀ। ਵੈਦ ਸਾਹਿਬ ਜਿਵੇਂ ਨਾ ਜੀ ਬੜੈਚ ਸਾਹਿਬ ਨੇ ਕਿਹਾ ਹੈਗਾ ਜੀ ਵੀ ਕਾਰਨ ਦੱਸੋ, ਅਸੀਂ ਇਹਨੂੰ ਐਕਸਪਲੇਨ ਵੀ ਕੀਤਾ ਸੀ। ਅੱਜ ਮੈਂ ਸ਼ਾਰਟ 'ਚ ਇਹਦੇ ਨਾਲ ਜੋੜ ਦਿੰਦਾ। ਜ਼ਿਆਦਾਤਰ ਕਾਰਨ ਜਿਹੜਾ ਹੁੰਦਾ ਨਾ ਜੀ, ਆਪਣੀ ਸਮਰੱਥਾ ਤੋਂ ਜ਼ਿਆਦਾ ਕੰਮ ਕਰਨ ਦੀ ਲਾਲਚਾ ਹੁੰਦੀ ਹੈ। ਬਾਹਰ ਅਸੀਂ ਜ਼ਿਆਦਾ ਦੇਖਦੇ ਹਾਂ, ਇੱਥੇ ਵੀ ਇਹੀ, ਬਾਹਰ ਵੀ ਆਪਣੀ ਸਮਰੱਥਾ ਤੋਂ ਜ਼ਿਆਦਾ ਕੰਮ ਕਰਨਾ। ਮੰਨ ਲਓ ਤੁਸੀਂ 8 ਘੰਟੇ ਡਰਾਈਵਿੰਗ ਕਰ ਸਕਦੇ ਹੋ, 10 ਘੰਟੇ ਓਵਰ ਟਾਈਮ ਦੇ, ਜਾਂ ਕਈ ਵਾਰ ਨਾ ਜੀ ਅੱਗੇ ਵੀ ਟਾਈਮ ਲਿਮਿਟ ਹੁੰਦੀ ਹੈ ਵੀ ਇੰਨੇ ਵਜੇ ਉੱਥੇ ਸਮਾਨ ਕੈਰੀ ਪਹੁੰਚਾਉਣਾ ਹੈਗਾ, ਜਾਂ ਇੰਨੇ ਵਜੇ ਬਾਰਡਰ ਕ੍ਰਾਸ ਕਰਨਾ ਹੈਗਾ। ਉਸ ਬਾਉਂਡਿੰਗ ਦੇ ਵਿੱਚ ਉਸ ਆਪਣੀ ਬਾਡੀ ਤੋਂ ਜ਼ਿਆਦਾ ਕੰਮ ਲੈਣ ਲਈ ਪਹਿਲਾਂ ਤਾਂ ਸ਼ੌਕੀਆ ਨਸ਼ਾ ਸ਼ੁਰੂ ਕਰਦੇ ਹਾਂ, ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਉਹ ਸਾਡੀ ਬਾਡੀ ਨੂੰ ਗ੍ਰਸਤ ਕਰ ਲੈਂਦਾ ਹੈ ਔਰ ਅਸੀਂ ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਹਾਂ ਜੀ। ਹੁਣ ਆਪਾਂ ਅਫੀਮ ਦੀ ਗੱਲ ਕਰ ਰਹੇ ਸੀ। ਅਫੀਮ ਦੇ ਵਿੱਚ ਕੀ ਹੁੰਦਾ ਹੈਗਾ ਸ਼ੇਖਰ ਜੀ, ਕਿ ਜਿਹੜਾ ਸਾਡੀ ਇੰਟੈਸਟਾਈਨ ਹੈ, ਸਾਡਾ ਐਲੀਮੈਂਟਰੀ ਸਿਸਟਮ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਟਿਕੀ ਲੱਗੀ ਰਹੇ, ਅਫੀਮ ਖਾ ਕੇ ਬੰਦਾ ਇੱਕ ਪਾਸੇ ਟਿਕੀ ਇੱਕ ਗੱਲ ਨੂੰ ਬਾਰ-ਬਾਰ ਰਿਪੀਟ ਕਰੀ ਜਾਂਦਾ ਹੈਗਾ, ਫੋਕਸਡ ਰਹੇ। ਔਰ ਜਦੋਂ ਉਹ ਛੱਡਣ ਲੱਗਦਾ ਹੈ, ਇੱਕ ਟਾਈਮ ਆਉਂਦਾ ਕਿ ਉਹ ਚਾਹੁੰਦਾ ਵੀ ਮੈਂ ਨਹੀਂ ਖਾਣਾ। ਜਦੋਂ ਛੱਡਣ ਲੱਗਦਾ ਹੈ ਤਾਂ ਉਹਨੂੰ ਮੈਕਸਿਮਮ ਜਿਹੜੀਆਂ ਕੜੱਲਾਂ, ਇਹ ਉਹਨੂੰ ਕੜੱਲਾਂ ਪੈਂਦੀਆਂ ਨੇ, ਔਰ ਕਬਜ਼ ਤਾਂ ਉਹਨੂੰ ਰਹਿੰਦੀ ਹੋਇਆ ਨਾ। ਔਰ ਫਿਰ ਕਈ ਵਾਰ ਇਹ ਵੀ ਹੋ ਸਕਦਾ ਕਿ ਉਹਨੂੰ ਲੂਜ਼ ਮੋਸ਼ਨ ਲੱਗ ਜਾਣ, ਕਿਉਂਕਿ ਜੋ ਸਤੰਭਨ ਪੈਦਾ ਕਰ ਰਹੀ ਹੈ ਉਹ ਛੱਡਤੀ, ਤਾਂ ਉਹ ਲੂਜ਼ ਮੋਸ਼ਨ ਦੇ ਨਾਲ ਹੋ ਸਕਦਾ ਜਿਹੜੇ ਅਲਸਰ ਹੋ ਗਏ ਹੁਣ ਆਮ ਦੇ ਵਿੱਚ, ਉਹ ਅਲਸਰੇਟਿਵ ਕੋਲਾਈਟਿਸ ਬਣ ਜਾਵੇ, IBS ਬਣ ਜਾਵੇ। ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ, ਇਹ ਜਦੋਂ ਅਸੀਂ ਬੇਹਿਸਾਬ ਨਾਲ ਜਾਂ ਬਿਨਾਂ ਸੋਚੇ ਸਮਝੇ ਆਪਦੇ ਕੰਮ ਨੂੰ ਜ਼ਿਆਦਾ ਵਧਾਉਣ ਵਾਸਤੇ, ਜ਼ਿਆਦਾ ਪੈਸੇ ਕਮਾਉਣ ਵਾਸਤੇ, ਜ਼ਿਆਦਾ ਮਿਹਨਤ, ਜਾਂ ਕਈ ਦੇਖੋ ਵਿਚਾਰਿਆਂ ਦੀ ਮਜਬੂਰੀਆਂ ਵੀ ਹੁੰਦੀਆਂ ਨੇ। ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ, 2-4 ਦਿਨ ਪਹਿਲਾਂ ਹੀ ਮੈਨੂੰ ਕਿਸੇ ਨੇ ਦੁਬਈ ਤੋਂ ਪੇਸ਼ੈਂਟ ਆਇਆ ਹੋਇਆ ਸੀ, ਆਪਦੇ ਘਰਦਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਹ ਉੱਥੇ ਜਾ ਕੇ ਲੇਬਰ ਦਾ ਕੰਮ ਕਰਦੇ ਨੇ। ਔਰ ਕਈ ਯੰਗ ਬੱਚੇ ਇੱਕ ਕਮਰੇ ਵਿੱਚ 5-5, 6-6 ਜਣੇ ਰਹਿੰਦੇ ਨੇਗੇ, ਪੈਸੇ ਨੂੰ ਬਚਾਉਣ ਵਾਸਤੇ, ਉਸੇ ਪੈਸੇ ਦੀ ਬਚਤ ਨੂੰ ਵਧਾਉਣ ਵਾਸਤੇ ਆਪਣੀ ਬਾਡੀ ਤੋਂ ਜ਼ਿਆਦਾ ਕੰਮ ਲੈ ਕੇ ਥੋੜ੍ਹਾ ਬਹੁਤ ਨਸ਼ਿਆਂ ਦਾ ਆਸਰਾ ਲੈਂਦੇ ਨੇ। ਉਹ ਜਿਹੜਾ ਥੋੜ੍ਹਾ ਬਹੁਤ ਹੈਗਾ ਉਹ ਸਾਡੇ ਬਾਡੀ ਨੂੰ ਜਾ ਕੇ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਹੈ। ਲਾਈਕ ਦੀਮਕ, ਜਿਵੇਂ ਜੇ ਦੀਮਕ ਲੱਗ ਜਾਵੇ ਨਾ, ਪਹਿਲਾਂ ਤਾਂ ਪਤਾ ਲੱਗ ਵੀ ਉਹ ਛੋਟੀ ਜੀ ਹੈ, ਕੋਈ ਨਹੀਂ, ਦਵਾਈ ਪਾ ਦੇਣਾ ਠੀਕ ਹੋ ਜਾਏਗੀ, ਲੇਕਿਨ ਜਦੋਂ ਅੰਦਰੋਂ ਅੰਦਰੀ ਪਤਾ ਨਹੀਂ ਲੱਗਦਾ ਕਿੰਨਾ ਕੁ ਖਾ ਜਾਂਦੀ ਹੈ, ਉਹ ਹਾਲ ਸਾਡੀ ਬਾਡੀ ਦਾ ਹੁੰਦਾ ਜਿਹੜੇ ਅਸੀਂ ਨਸ਼ੇ ਕਰਦੇ। ਸੋ ਮੇਰੀ ਸਭ ਨੂੰ ਬੇਨਤੀ ਹੈ ਵੀ ਥੋੜ੍ਹਾ ਜਿਹਾ, ਅੱਜ ਕੱਲ੍ਹ ਦੇਖੋ ਗੂਗਲ ਬੜਾ ਮਾਸਟਰ ਹੈਗਾ, ਤੁਹਾਨੂੰ ਕਿਸੇ ਵੈਦ ਡਾਕਟਰ ਦੀ ਵੀ ਲੋੜ ਨਹੀਂ। ਜਦੋਂ ਤੁਹਾਨੂੰ ਲੱਗੇ ਵੀ ਮੈਂ ਥੋੜ੍ਹਾ ਜਿਹਾ ਕਿਸੇ ਚੀਜ਼ 'ਤੇ ਜ਼ਿਆਦਾ ਅਡਿਕਟ ਹੋ ਰਿਹਾ, ਤੁਸੀਂ ਗੂਗਲ 'ਤੇ ਪਾ ਕੇ ਦੇਖੋ, ਤੁਹਾਨੂੰ ਬਹੁਤ ਸਾਰੇ ਨਰਵਾਈਨ ਟੋਨਿਕ ਕਿਹੜੇ, ਜਿਹੜੇ ਮੈਂ ਇਹ ਕਹਿ ਰਹੇ ਸੀ ਨਾ ਆਪਣੇ ਮਨਸ਼ੇਰ ਜੀ ਕੀ ਨਾਮ, ਮਨੋਹਰ ਜੀ। ਹਾਂ, ਮਨੋਹਰ ਜੀ ਨੇ ਸਵਾਲ ਕੀਤਾ ਸੀ। ਜਿਵੇਂ ਮਨੋਹਰ ਜੀ ਕਹਿ ਰਹੇ ਸੀ ਨਾ ਜੀ ਕਿ ਕੜੱਲਾਂ ਬਹੁਤ ਪੈਂਦੀਆਂ ਨੇਗੀਆਂ, ਉਹਨਾਂ ਦੀ ਵੀ ਕੜੱਲਾਂ ਪੈਂਦੀਆਂ ਨੇ, ਕ੍ਰੈਮਸ ਆਉਂਦੇ ਨੇ, ਹੱਥਾਂ ਪੈਰੇ ਦਰਦ ਹੁੰਦਾ ਹੈਗਾ, ਕਈ ਵਾਰ ਮਨ ਕਾਹਲਾ ਪੈਂਦਾ ਹੈਗਾ। ਉੱਥੇ ਤੁਸੀਂ ਘਰੇ ਬੈਠ ਕੇ ਮੈਡੀਟੇਸ਼ਨ ਨਾਲ, ਆਯੁਰਵੇਦ ਦੇ ਸਪਲੀਮੈਂਟ ਲੈਣ ਨਾਲ, ਆਯੁਰਵੇਦ ਦੀਆਂ ਕੁਝ ਹਰਬਸ ਦੀਆਂ ਦਵਾਈਆਂ ਲੈਣ ਨਾਲ, ਜਿਵੇਂ ਮੈਂ ਦੱਸਿਆ ਸਾਡੀ ਮਕਰ ਰਸਾਇਣ, ਨਰਵ ਅਪ, ਇਹ ਨਰਵ ਸਿਸਟਮ ਵਾਸਤੇ ਬਣੀ ਹੋਈ ਅਸੀਂ ਨੇ, ਔਰ ਬਹੁਤ ਇਫੈਕਟਿਵ ਮੈਡੀਸਿਨਸ ਨੇ ਇਹ। ਬਾਤਾ ਬੈਲੈਂਸ, ਇਹ ਉਹ ਮੈਡੀਸਿਨਸ ਨੇਗੀਆਂ ਜਿਹੜੀਆਂ ਕਿ ਅੱਛਾ ਅਸੀਂ ਤੇਲ ਬੜੇ ਅੱਛੇ ਬਣਾਏ ਨੇਗੇ, ਪੇਨੋਕਿਲ ਹੈ, ਆਰਥੋ ਕੇਅਰ ਹੈ, ਜਿਹੜਾ ਕਿ ਅਸੀਂ ਐਕਸਟਰਨਲੀ ਲਗਾ ਕੇ ਵੀ ਉਹ ਕੜੱਲਾਂ ਤੇ ਕ੍ਰੈਂਪਸ ਨੂੰ ਅਸੀਂ ਠੀਕ ਕਰ ਸਕਦੇ ਹਾਂ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਵੀ ਉਹਨਾਂ ਨੂੰ ਸਮਝਾਉਣਾ ਚਾਹੀਦਾ। ਪਰ ਮਾਫ਼ ਕਰਨਾ, ਮੈਂ ਬੜੈਚ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਇੰਨੇ ਸਿਆਣੇ ਹੋ, ਬਜ਼ੁਰਗ ਹੋ, ਰਾਏ ਦੇ ਰਹੇ ਹੋ, ਤੁਸੀਂ ਵੀ ਆਪਣੀ ਜਿਹੜੀ ਉਹ ਐਕਸਪੀਰੀਅੰਸ ਹੈ ਨਾ, ਉਹਦਾ ਫਾਇਦਾ ਉਠਾ ਕੇ ਉਸ ਸਫੀਅਰ ਦੇ ਵਿੱਚ ਕੋਈ, ਉੱਥੇ ਦੇਖੋ ਜਿਵੇਂ ਆਪਣੇ ਇੱਥੇ ਐਸੋਸੀਏਸ਼ਨ ਬਣੀਆਂ ਹੋਈਆਂ ਨੇ ਜੀ, ਕੋਈ ਇਸ ਤਰ੍ਹਾਂ ਦਾ ਟਿਕਾਣਾ, ਕੋਈ ਗਰੁੱਪ, ਕੋਈ ਕਲੱਬ ਬਣੇ ਹੋਣਗੇ, ਤੁਸੀਂ ਉੱਥੇ ਕੋਈ ਹਫ਼ਤੇ 'ਚ ਜ਼ਿਆਦਾ ਨਹੀਂ ਤਾਂ 1-2 ਵਾਰ ਜ਼ਰੂਰ ਲੈਕਚਰ ਦੇ ਕੇ ਆਓ ਵੀ ਤੁਸੀਂ ਇਹ ਗਲਤ ਕੰਮਾਂ 'ਚ ਨਾ ਪਾਓ ਜੀ। ਰਹੀ ਗੱਲ ਆਯੁਰਵੇਦ ਕੀ ਹੈਲਪ ਕਰੋ, ਆਪਾਂ ਦੱਸ ਹੀ ਰਹੇ ਹਾਂ ਜੀ, ਆਪਾਂ ਹਰਬਸ ਵੀ ਦੱਸ ਰਹੇ ਹਾਂ, ਆਪਾਂ ਮੈਡੀਸਨ ਵੀ ਦੱਸ ਰਹੇ ਹਾਂ, ਤਾਂ ਇਹੀ ਸਾਡੇ ਕੋਲ ਰਸਤਾ ਹੈਗਾ। ਹੁਣ ਇਹਦੇ 'ਚ ਨਾ ਜੀ ਅੱਗੇ ਅਫੀਮ ਦਾ ਹੋ ਗਿਆ ਜੀ, ਇਹਦਾ ਹੋ ਗਿਆ।
ਅਫੀਮ ਨੂੰ ਛਡਾਉਣ ਲਈ ਕੀ ਕਰਨਾ ਕੀ ਹੈ। ਜਦੋਂ ਅਫੀਮ ਛੱਡਦੇ ਨੇ ਨਾ ਜੀ ਤਾਂ ਲੂਜ਼ ਮੋਸ਼ਨ ਲੱਗਦੇ ਨੇ। ਅੱਛਾ। ਤਾਂ ਕੁੱਟ ਜਿਹੜੀ ਹੈ ਇੱਕ ਇਹ ਵੀ ਖਰਬ ਹੈ। ਓਕੇ। ਕੁੱਟ 'ਚ ਗਨ ਬੱਟੀ ਦੇ ਨਾਂ 'ਤੇ ਵੀ ਆਉਂਦੀ ਹੈ, ਸਾਡੀ ਮੈਡੀਸਨ ਵੀ ਕੁੱਟ 'ਚ ਗਨ ਬੱਟੀ ਆਉਂਦੀ ਹੈ, ਉਹ ਬਹੁਤ ਇਫੈਕਟਿਵ ਹੈ ਜੀ। ਉਹ ਆਂਤ ਦੇ ਵਿੱਚ ਇਨਫਲੇਮੇਸ਼ਨ ਵੀ ਨਹੀਂ ਹੋਣ ਦੇਗੀ, ਆਂਤ 'ਚ ਸਤੰਭਨ ਵੀ ਨਹੀਂ ਹੋਣ ਦੇਗੀ ਕਿ ਉਹ ਲੈਣ ਨਾਲ ਫਿਰ ਇੱਕਦਮ ਫਿਰ ਰੁਕ ਜਾਏਗੀ ਆਂਤ। ਲੇਕਿਨ ਜਿਹੜਾ ਉਹ ਆਫਟਰ ਇਫੈਕਟ ਹੈ, ਵਿਡਰਾਲ ਸਿੰਪਟਮ ਹੈਗਾ ਅਫੀਮ ਨੂੰ ਛੱਡਣ ਦਾ, ਉਹ 'ਤੇ ਉਹਦਾ ਬਹੁਤ ਹੀ ਅੱਛਾ ਇਫੈਕਟ ਹੈਗਾ। ਔਰ ਕੁੱਟ ਤੋਂ ਬਿਨਾਂ ਅਨਾਰ ਦੇ ਛਿਲਕੇ ਦਾ ਪਾਊਡਰ ਬਣਾ ਕੇ ਰੱਖ ਲਓ, ਇਹਨੂੰ ਦਾੜਮ ਕਹਿੰਦੇ ਹਿੰਦੀ ਦੇ ਵਿੱਚ। ਦਾੜਮ ਆਦਿ ਚੂਰਨ ਵੀ ਆਉਂਦਾ ਆਯੁਰਵੇਦ ਦੇ ਵਿੱਚ, ਅਸੀਂ ਬਣਾਉਂਦੇ ਆਂਗੇ। ਅਨਾਰ ਨੂੰ ਕਿਸੇ ਰੂਪ ਵਿੱਚ ਵੀ ਲੈ ਲਓ, ਗਾਵਾ ਅਮਰੂਦ ਨੂੰ ਕਿਸੇ ਵੀ ਰੂਪ ਵਿੱਚ ਲੈ ਲਓ ਜੀ, ਇਹ ਬਹੁਤ ਹੀ ਇਫੈਕਟਿਵ ਹੈ। ਔਰ ਐਲੀਮੈਂਟਰੀ ਸਿਸਟਮ ਨੂੰ ਸ਼ੁੱਧ ਕਰਨ ਵਾਸਤੇ, ਉਹਦਾ ਸ਼ੋਧਨ ਕਰਨ ਵਾਸਤੇ ਕੁਟਕੀ ਨਾਲ ਜੂਸ ਸ਼ੁਰੂ ਕਰ ਲਓ। ਲਿਵਰ ਨੂੰ ਵੀ ਪਿਓਰ ਕਰੇਗੀ, ਆਂਤ ਨੂੰ ਵੀ ਸਾਫ਼ ਕਰੇਗੀ। ਔਰ ਫਿਰ ਜਦੋਂ ਤੁਹਾਨੂੰ ਉਸ ਤੋਂ ਬਾਅਦ ਲੱਗੇ ਵੀ ਡਿਟੌਕਸੀਫਿਕੇਸ਼ਨ ਵੀ ਹੋ ਗਈ ਔਰ ਸਾਡੀ ਮੋਸ਼ਨ ਵੀ ਠੀਕ ਆਉਣ ਲੱਗ ਗਿਆ, ਤਾਂ ਆਪਦੇ ਐਪੇਟਾਈਜ਼ ਨੂੰ, ਆਪਣੀ ਭੁੱਖ ਨੂੰ ਨਾਰਮਲ ਰੱਖਣ ਵਾਸਤੇ ਆਯੁਰਵੇਦ ਵਿੱਚ ਬਹੁਤ ਹਰਬ ਨੇ। ਇਸ ਤੋਂ ਬਾਅਦ ਡਿਸਕਸ ਕਰਾਂਗੇ। ਫੋਨ ਲੈ ਲੈਂਦੇ ਆਪਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਅੱਗੇ ਬੋਲਿਆ ਸਾਂ, ਮੈਂ ਦੁਬਾਰਾ ਮਾਫੀ ਮੰਗਦਾ। ਇਹ ਚੀਜ਼ ਜਿਹੜੀ ਵੈਦ ਸਾਹਿਬ ਨੇ ਕਹੀ ਹੈ ਨਾ, ਵੀ ਤੁਸੀਂ ਸਲਾਹ ਦਿਓ। ਮੇਰੀ ਵੀ ਉਮਰ 80 ਸਾਲ ਹੈ ਜੀ ਬੋਲਣਾ, ਤੇ ਇਹਦੀ ਇੱਥੇ ਸਲਾਹ ਵੀ ਦੇ। ਦੇਖੋ ਅੱਗੋਂ ਬੱਚੇ ਜਾਂ ਜਨਾਨੀਆਂ ਜਿਹੜੀਆਂ ਜਵਾਨ ਨੇ ਨਾ, ਇਹ ਨਹੀਂ ਮੰਨਦੀਆਂ। ਇਹਨਾਂ ਦਾ ਸਰੀਰ ਤੇ ਲੋਡ ਜ਼ਿਆਦਾ ਪਿਆ। ਵੈਦ ਸਾਹਿਬ ਦੀ ਗੱਲ ਸੱਚੀ ਹੈ। ਸਾਡਾ ਵੀ ਤਜਰਬਾ ਇਹਨਾਂ ਦਵਾਈਆਂ ਦੇਸੀਆਂ ਦੇ ਵਿੱਚ ਬੜਾ ਕੁਛ ਬੁੱਢਿਆਂ ਕੋਲ ਸਿੱਖਿਆ ਹੈ, ਤੇ ਇੱਥੇ ਗੱਲ ਵੀ ਅਸੀਂ ਕਰਦੇ ਉਹਨਾਂ ਨਾਲ। ਤੇ ਹੁਣ ਜਿਹੜਾ ਦਾ ਕਡਾਲ ਪਾਇਆ ਨਾ, ਕਡਾਲ ਤੇ ਹੁਣੇ ਠੀਕ ਹੋ ਜਾਣੀ। ਤੋਂ ਸ਼ੂਗਰ ਚਲਾ ਜੀ, ਔਰ ਕੇਸਰ ਸਵੇਰੇ ਦੁੱਧ ਨਾਲ ਖਾਵੇ, ਉਹਦੇ ਕਡਾਲ ਆਪਣੇ ਹਟ ਜਾਣੇ ਨੇ। ਬਿਲਕੁਲ ਠੀਕ ਹੈ। ਮੈਂ ਜੇ ਮੇਰਾ ਦੱਸ ਸਕਦੇ ਹੋ, ਮੇਰਾ ਟੈਲੀਫੋਨ ਨੰਬਰ ਦੇ ਦਿਓ ਇੱਕ ਵਾਰੀ, ਮੈਂ ਬਹੁਤ ਦਿਨਾਂ ਸਲਾਹ ਦਿੰਦਾ ਜੀ। ਬਹੁਤ ਮਿਹਰਬਾਨੀ ਜੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਦਵਾਈਆਂ ਦੇ ਬਾਰੇ ਬਹੁਤ ਕੁਝ ਜਾਣਦਾ। ਆਪਾਂ ਨਾ ਜੀ ਇੱਕ ਜ਼ਿਮੀਂਦਾਰ, ਮੈਂ ਦੁਕਾਨਦਾਰੀ ਨਹੀਂ ਕਰਨੀ। ਸ਼ੁਕਰੀਆ ਜੀ, ਸ਼ੁਕਰੀਆ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ ਹੈ। ਜਿਵੇਂ ਤੁਸੀਂ ਸੁਝਾਅ ਦਿੱਤਾ ਸੀ ਉਵੇਂ ਅਸੀਂ ਵੀ ਸਲਾਹ ਜਿਹਨੇ ਲੈਣੀ ਮੇਰੇ ਕੋਲ ਜਿੰਨੀ ਮਰਜ਼ੀ ਸਲਾਹ ਲੈ। ਹਾਂਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ। ਅਸੀਂ ਮੇਰੇ ਖਿਆਲ ਵਾਲੇ ਦੋ ਜਿਹੜੇ ਸਾਡੇ ਕੋਲੇ ਦਰਸ਼ਕ ਨੇ ਉਹਨਾਂ ਦਾ ਜਵਾਬ ਦੇ ਦਿੰਦੇ, ਫਿਰ ਅੱਗੇ ਵਧਦੇ ਹਾਂ ਅਸੀਂ ਜੀ। ਸਭ ਤੋਂ ਪਹਿਲਾਂ ਬਲਜਿੰਦਰ ਜੀ ਨਾਲ ਆਪਣੀ ਗੱਲ, ਉਹਨਾਂ ਦੇ ਲੱਤਾਂ 'ਚ ਬਹੁਤ ਦਰਦ ਹੈ, ਪਰ ਉਹਨੂੰ ਥਾਇਰਾਇਡ ਵੀ ਹੈ, BP ਹਾਈ ਵੀ ਹੈ, ਕੌਂਸਟੀਪੇਸ਼ਨ। ਦੇਖੋ ਇਹ ਵਾਯੂ ਦਾ ਰੋਗ ਹੈ, ਉਮਰ 64 ਸਾਲ ਹੈ, ਕੋਈ ਜ਼ਿਆਦਾ ਨਹੀਂ ਹੈ ਜੀ। ਤੁਸੀਂ ਜੇ ਮੈਂ ਦੱਸਦਾ ਹੁੰਦਾ ਨਾ ਜੀ, ਤਿਲਾਂ ਦੇ ਤੇਲ ਦੇ ਵਿੱਚ ਲਸਣ ਸਾੜ ਕੇ ਉਸ ਤੇਲ ਦੀ ਲਗਾਤਾਰ ਮਾਲਿਸ਼ ਕਰੋ ਔਰ ਵਾਯੂ ਨਾ ਹੋਣ ਦਿਓ। ਸਭ ਤੋਂ ਪਹਿਲਾਂ ਕੌਂਸਟੀਪੇਸ਼ਨ ਨੂੰ ਠੀਕ ਕਰੋ। ਤਿਰਫਲਾ ਚੂਰਨ, ਕੈਸਟਰ ਆਇਲ ਜਿਹਨੂੰ ਆਪਾਂ ਰੰਡੀ ਦਾ ਤੇਲ ਕਹਿੰਦੇ ਆਂਗੇ, ਹੋਰ ਨਹੀਂ ਕੁਛ ਮਿਲੇ ਤੁਹਾਨੂੰ ਥੋੜੇ ਨੇੜੇ ਅਮਲਤਾਸ ਦੇ ਪੇੜ ਮਿਲ ਜਾਣਗੇ। ਅਮਲਤਾਸ ਦੀਆਂ ਫਲੀਆਂ ਦਾ ਗੁੱਦਾ ਕੱਢ ਲਓ, ਉਹਨੂੰ ਬੋਇਲ ਕਰਕੇ ਰੱਖ ਲਓ। ਤੁਸੀਂ ਵੱਡੇ ਹੋ, ਅੱਧਾ ਗਲਾਸ ਵੀ ਲੈ ਸਕਦੇ ਹੋ। ਪੇਟ ਨੂੰ ਸ਼ੀਸ਼ੇ ਵਾਂਗੂ ਕਲੀਨ ਕਰ ਦੇਗਾ। ਅੱਧੀ ਬਿਮਾਰੀ ਤੁਹਾਡੀ ਉਦੋਂ ਹੀ ਠੀਕ ਹੋ ਜਾਏਗੀ। ਔਰ ਕਿਉਂਕਿ ਏਜ ਦੇ ਹਿਸਾਬ ਨਾਲ ਵੀ ਕੁਛ ਵੀਕਨੈਸ ਆ ਜਾਂਦੀ ਹੈ ਮਸਕੂਲਰ ਸਿਸਟਮ ਦੇ ਵਿੱਚ, ਨਰਵਸ ਸਿਸਟਮ ਦੇ ਵਿੱਚ, ਤਾਂ ਤੁਸੀਂ ਜਿਹੜਾ ਹੈ ਉਹ ਜਿਹੜਾ ਤੁਹਾਨੂੰ ਦੱਸਿਆ ਤਿਲਾਂ ਦੇ ਤੇਲ ਦਾ। ਉਸ ਤੋਂ ਬਾਅਦ ਜੇ ਤੁਸੀਂ ਕੋਈ ਮੈਡੀਸਨ ਯੂਜ਼ ਕਰਨਾ ਚਾਹੁੰਦੇ ਹੋਗੇ ਤਾਂ ਨਰਵਪ ਔਰ ਮਕਰ ਰਸਾਇਣ ਐਮਾਜ਼ੋਨ 'ਤੇ ਜਾ ਕੇ ਚੰਡੀਗੜ੍ਹ ਰਿਪ ਸੈਂਟਰ ਦੀ ਵੈਬਸਾਈਟ ਖੋਲ੍ਹ ਕੇ ਉਹ ਤੁਸੀਂ ਮੰਗਵਾ ਸਕਦੇ ਹੋ। ਤੁਹਾਨੂੰ 15-20 ਦਿਨ ਮਹੀਨੇ ਵਿੱਚ ਤੁਸੀਂ ਬਿਲਕੁਲ ਪਰਫੈਕਟ ਹੋ ਜਾਓਗੇ ਜੀ। ਅੱਗੇ ਹੈਗੇ ਨੇ ਬੜੈਤ ਸਾਹਿਬ ਨਾਲ ਗੱਲ ਹੋਈ ਗਈ। ਮਨੋਹਰ ਜੀ ਕਹਿੰਦੇ ਜੀ ਮੇਰੇ ਨਾੜਾਂ ਬਹੁਤ ਚੜ੍ਹਦੀਆਂ ਨੇ। ਦੇਖੋ ਮਨੋਹਰ ਜੀ, ਇਹਨਾਂ ਦੀ ਏਜ 75 ਸਾਲ, ਉਹੀ ਕੁਛ ਏਜ ਫੈਕਟਰ ਵੀ ਹੈ। ਕੁਛ ਨਾ ਨਾੜਾਂ ਜ਼ਿਆਦਾ ਜੇ ਚੜ੍ਹ ਰਹੀਆਂ, ਮਨੋਹਰ ਜੀ ਆਪਣਾ ਪੈਰਾਮੀਟਰ ਜ਼ਰੂਰ ਇੱਕ ਵਾਰ ਚੈੱਕ ਕਰਵਾਓ। ਆਪਣਾ ਕੋਲੈਸਟਰੋਲ, ਆਪਣੀ ਸ਼ੂਗਰ, ਆਪਣੇ LFT, KFT, ਇਹ ਟੈਸਟ ਜ਼ਰੂਰ ਕਰਵਾਓ। ਜੇ ਤੁਹਾਡੇ ਸਾਰੇ ਸਮਾਨਿਆਂ ਨੇ, ਨਾਰਮਲ ਨੇ, ਇਸ ਸਟੇਜ ਦੇ ਵਿੱਚ ਸਮਝ ਲਓ ਤੁਸੀਂ ਬਹੁਤ ਸਵਸਥ ਹੋ। ਇਹ ਨਾੜਾਂ ਦਾ ਤੁਸੀਂ ਬੈਠ ਕੇ ਨਾ ਆਪਦੇ ਪੋਤੇ ਦੋਤਿਆਂ ਬੇਟਿਆਂ ਤੋਂ ਜਿਹੜਾ ਹੈ ਇਹਦੀ ਮਾਲਿਸ਼ ਕਰਵਾ ਲਿਆ ਕਰੋ ਕਿਸੇ ਵੀ ਤੇਲ ਦੀ। ਵੈਸੇ ਪੇਨੋਕਿਲੇ ਆਇਲ ਸਾਡਾ ਬਹੁਤ ਵਧੀਆ ਹੈਗਾ, ਜਾਂ ਤੁਹਾਨੂੰ ਉੱਥੋਂ ਕਿਸੇ ਵੀ ਫਾਰਮੇਸੀ ਦੁਕਾਨ ਤੋਂ ਮਹਾਨਰੈਣ ਤੇਲ ਮਿਲ ਜਾਏਗਾ, ਤੁਸੀਂ ਉਸ ਤੇਲ ਦੀ ਮਾਲਿਸ਼ ਕਰ ਸਕਦੇ ਹੋ ਤੇ ਤੁਹਾਡੇ ਕੜਲਾਂ ਠੀਕ ਹੋ ਜਾਣਗੇ ਜੀ। ਅਗਲੇ ਦਰਸ਼ਕ ਨੇ ਜੀ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਡਮ, ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਅਸੀਂ ਦੁਬਾਰਾ ਆਏ ਹਾਂ, ਬਲਜਿੰਦਰ ਆ ਜੀ। ਤੇ ਮੈਂ ਨਾ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀ, ਮੈਂ ਤਰਫਲਾ ਵੀ ਲੈ, ਹੱਡੀਆਂ ਕੋਈ ਫਰਕ ਨਹੀਂ ਪੈਂਦਾ, ਕੈਸਟਰੋਲ ਵੀ ਲਿਆ, ਫਰਕ ਨਹੀਂ ਪੈਂਦਾਗਾ। ਠੀਕ, ਮੈਂ ਤੁਹਾਨੂੰ ਹੁਣੇ ਦੱਸਾਂਗਾ ਜੀ, ਤੁਸੀਂ TV ਤੇ ਸੁਣ ਲਓ ਜੀ। ਬਹੁਤ ਮਿਹਰਬਾਨੀ ਤੁਹਾਡੀ ਜੀ। ਬਲਜਿੰਦਰ ਜੀ, ਅਗਰ ਤੁਹਾਨੂੰ ਤਿਰਫਲੇ ਨਾਲ ਵੀ ਨਹੀਂ ਠੀਕ ਹੋ ਰਹੇ, ਕੈਸਟਰੋਲ ਨਾਲ ਵੀ ਨਹੀਂ ਠੀਕ ਹੋ ਰਹੇ, ਪਰ ਪਹਿਲਾਂ ਤਾਂ ਮੈਂ ਜਿਹੜੀ ਤੁਹਾਨੂੰ ਲਾਸਟ ਉਪਚਾਰ ਹੋਰ ਦੱਸ ਰਿਹਾ, ਮੇਰੀ ਤੁਹਾਨੂੰ ਬੇਨਤੀ ਹੈ ਕਿ ਕੈਸਟਰੋਲ ਨੂੰ 1-2 ਵਾਰ ਨਾ ਲਓ,
ਕੈਸਟਰੋਲ ਦੇ 3 ਚਮਚ ਗਰਮ ਦੁੱਧ 'ਚ ਪਾ ਕੇ ਡੇਲੀ ਲਓ। ਦੇਖੋ ਕੋਈ ਵੀ ਦਵਾਈ ਹੈ, ਕੋਈ ਵੀ ਹਰਬ ਹੈ, ਈਵਨ ਕਿ ਰੋਟੀ ਵੀ ਹੈ, ਸਾਡਾ ਖਾਣਾ ਵੀ ਹੈ, ਅਗਰ ਅਸੀਂ ਠੀਕ ਟਾਈਮ ਤੇ ਠੀਕ ਮਾਤਰਾ 'ਚ ਆਪਣੀ ਬੋਡੀ ਦੇ weight ਦੇ ਹਿਸਾਬ ਨਾਲ ਲੈਂਦੇ ਆ, ਚਾਹੇ ਅਸੀਂ ਲੋਹਾ ਖਾ ਲਈ, ਉਹ ਹਜਮ ਹੋ ਜਾਂਦਾ। ਇਹ ਜਿੰਨੀਆਂ ਹਰਬਸ ਨੇ, ਚਾਹੇ ਉਹ ਤਿਰਫਲ ਹੈ, ਚਾਹੇ ਉਹ ਕੈਸਟਰੋਲ ਹੈ, ਇਹਨਾਂ ਨੂੰ ਜੇ ਅਸੀਂ ਠੀਕ ਤਰੀਕੇ ਨਾਲ ਠੀਕ ਮਾਤਰਾ 'ਚ ਲਈਏ ਤਾਂ ਅਸੀਂ ਹੋ ਹੀ ਸਕਦਾ ਸਾਡੀ ਕਬਜ਼ ਨਾ ਠੀਕ ਹੋਵੇ। ਪਰ ਜੇ ਤੁਸੀਂ ਠੀਕ ਮਾਤਰਾ 'ਚ ਲਿਆਏਗਾ, ਕਿਉਂਕਿ ਤੁਹਾਡਾ ਵੀ ਤਜਰਬਾ ਹੈਗਾ, ਤਾਂ ਆਯੁਰਵੇਦ ਦੇ ਵਿੱਚ ਇੱਕ ਪੰਚਕਰਮ ਵਿੱਚ ਬਸਤੀ ਹੈ, ਨਿਰੂਪ ਬਸਤੀ ਸਥਾਪਨ, 2 ਤਰ੍ਹਾਂ ਦੀਆਂ ਬਸਤੀਆਂ ਨੇ। ਉਹ ਬਸਤੀ ਤੁਹਾਡੇ ਨੇੜੇ ਕਿਤੇ ਕੋਈ ਪੰਚਕਰਮਾ ਦੇਖ ਕੇ 7 ਦਿਨ 8 ਦਿਨ ਦਾ ਉਹਦਾ ਕੋਰਸ ਹੁੰਦਾ ਹੈਗਾ, ਉਹ ਕਰਵਾ ਲਓ ਤਾਂ ਕਿ ਤੁਹਾਡਾ ਇੰਟੈਸਟਾਈਨ ਇੱਕ ਵਾਰ ਸਾਫ਼ ਹੋ ਜਾਵੇ ਔਰ ਉਸ ਤੋਂ ਬਾਅਦ ਕੈਸਟਰੋਲ ਦੇ ਨਾਲ ਆਰਾਮ ਨਾਲ ਸਾਫ਼ ਹੋ ਜਾਇਆ ਕਰੇਗਾ ਜੀ। ਹਾਂਜੀ, ਤੇ ਤੁਸੀਂ ਗੱਲ ਕਰ ਰਹੇ ਸੀਗੇ, ਅਗਲੇ ਦਰਸ਼ਕ ਉਹ ਕਾਲ ਕਰ ਗਈ ਹੈ ਤੇ ਅਫੀਮ ਦੀ ਗੱਲ ਹਾਂਜੀ, ਤੇ ਉਸ ਦੇ ਨਾਲ ਹੀ ਇਹ ਇੱਕ ਜਿਹੜੀ ਭੁੱਕੀ ਪੋਸਟ ਹੈ ਉਹ ਵੀ ਜੁੜੀ ਹੋਈ ਚੀਜ਼ ਹੈਗੀ ਹੈ, ਸੋ ਉਹਦਾ ਵੀ ਉਹ ਸੇਮ ਹੀ। ਚੰਗਾ ਤੁਸੀਂ ਦੱਸਤਾ, ਇਹ ਤਾਂ ਜ਼ਿਆਦਾਤਰ ਲੋਕਾਂ ਦਾ ਹੈ। ਹਾਂਜੀ, ਦੇਖੋ ਭੁੱਕੀ ਪੋਸਟ ਨਾਲ ਵੀ ਕਬਜ਼ ਹੁੰਦੀ ਹੈ, ਔਰ ਭੁੱਕੀ ਪੋਸਟ ਨਾਲ ਜੋ ਮੈਂ ਦੇਖਦਾ ਲੋਕਾਂ ਦੀ ਸਭ ਤੋਂ ਪਹਿਲਾਂ ਜਿਵੇਂ ਬੁੱਧੀ ਭ੍ਰਿਸ਼ਟ ਹੁੰਦੀ ਹੈ, ਉਹ ਭੁੱਕੀ ਪੋਸਟ ਨਾਲ ਹੁੰਦੀ ਹੈ। ਅਨਕੌਂਸ਼ੀਅਸ ਹਰ ਵਕਤ ਰਹਿਣਾ, ਇਸ ਤਰ੍ਹਾਂ ਮਹਿਸੂਸ ਕਰਨਾ। ਇੱਕ ਮੇਰੇ ਹੋਰ ਵੀ ਨਸ਼ਾ ਯਾਦ ਆ ਗਿਆ, ਉਹ ਵੀ ਆਪਾਂ ਇਸ ਤੋਂ ਬਾਅਦ ਡਿਸਕਸ ਕਰਦੇ ਹਾਂ ਜੀ। ਭੁੱਕੀ ਪੋਸਟ ਵਾਲਾ, ਦੇਖੋ ਅਫੀਮ ਖਾਣ ਵਾਲਾ ਕਹਿੰਦੇ ਅੱਖੜ ਹੀ ਰਹਿੰਦੀ ਹੈ, ਡਰਿੰਕ ਵਾਲਾ ਜਾਂ ਕੋਈ ਹੋਰ ਜਿਹੜੀ ਅਫੀਮ ਜਾਂ ਇਹਦੇ ਨਾਲ ਲੋਕ ਕਹਿੰਦੇ ਵੀ ਉਹ ਕੰਮ ਦਾ ਬਲਕਿ ਨਾ ਜੀ ਅਸੀਂ ਤਾਂ ਲਈ ਸੀ ਕਿ ਅਸੀਂ 2 ਘੰਟੇ ਹੋਰ ਡਰਾਈਵ ਕਰ ਸਕੀਏ ਜਾਂ ਮਸ਼ੀਨ ਤੇ ਕੰਮ ਕਰ ਸਕੀਏ। ਭੁੱਕੀ ਪੋਸਟ ਵਾਲਾ ਕੰਮ ਨਹੀਂ ਕਰ ਸਕਦਾ। ਭੁੱਕੀ ਪੋਸਟ ਜਿਹੜੀ ਆ ਉਹ ਜਲਦੀ ਨਰਵਸ ਸਿਸਟਮ ਨੂੰ ਔਰ ਸਾਡੇ ਮਸਕੂਲਰ ਸਿਸਟਮ ਨੂੰ ਡਾਊਨ ਕਰਦੀ ਹੈ ਜੀ, ਮੈਮਰੀ ਬਿਲਕੁਲ ਵੀਕ ਕਰਦੀ ਹੈ। ਸਰ ਉਹਦੇ ਵਾਸਤੇ ਵੀ ਥਿਉਰੀ ਉਹੀ ਹੈ, ਪਹਿਲਾਂ ਡਿਟੌਕਸੀਫਿਕੇਸ਼ਨ ਜਿਹੜੀ ਮੈਂ ਹੁਣੇ ਬਸਤੀ ਦੱਸ ਕੇ ਹਟਿਆ ਨਾ, ਇਹ ਆਪਾਂ ਅੱਗੇ ਡਿਸਕਸ ਕਰਨਾ ਸੀ, ਆਪਾਂ ਉਹਨਾਂ ਨੂੰ ਨਾਲ ਜੋੜਾਂਗੇ। ਪਹਿਲਾਂ ਆਪਾਂ ਲੈ ਲੈਂਦੇ ਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਡਮ, ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਹਾਂਜੀ ਮੈਂ ਕੈਨੇਡਾ ਬ੍ਰੈਂਪਟਨ ਤੋਂ ਗੱਲ ਕਰਦੀ ਹਾਂ, ਬਲਵਿੰਦਰ ਸੰਧੂ ਆ ਮੇਰਾ ਨਾਮ ਜੀ। ਬਲਵਿੰਦਰ ਜੀ, ਸਵਾਲ ਕੀ ਹੈ ਤੁਹਾਡਾ? ਉਮਰ ਵੀ ਦੱਸ ਦਿਓ ਜੇ ਤੁਸੀਂ ਆਪਣੇ ਬਾਰੇ ਪੁੱਛਣਾ ਤਾਂ। ਹਾਂਜੀ ਮੇਰੀ ਉਮਰ ਹੈਗੀ ਜੀ 53। ਠੀਕ ਹੈ ਜੀ। ਤਾਂ ਮੇਰੀ ਬੋਡੀ ਦੇ ਵਿੱਚ ਜਿੱਦਾਂ ਪੇਨ ਰਹਿੰਦੀ ਹੈ ਬਹੁਤ ਜ਼ਿਆਦਾ। ਠੀਕ ਹੈ। ਕੋਈ ਹੋਰ ਤੁਸੀਂ ਤੁਹਾਡੀ ਮੈਡੀਸਨ ਦੀ ਕੋਈ ਹਿਸਟਰੀ ਤਾਂ ਨਹੀਂ ਹੈ ਤੁਹਾਡੀ ਕੋਈ? ਹਾਂਜੀ ਮੈਨੂੰ ਪ੍ਰੋਬਲਮ ਜਿੱਦਾਂ ਮੈਨੂੰ ਪਹਿਲਾਂ ਥਾਇਰਾਇਡ ਕੈਂਸਰ ਸੀਗਾ, ਅੱਜ ਤੋਂ 26 ਈਅਰ ਅਗੋ ਜਿੱਦਾਂ ਮੈਂ ਫਿਰ ਉਹਦੀ ਸਰਜਰੀ ਹੋ ਗਈ ਸੀਗੀ, ਉਹ ਤਾਂ ਮੈਂ ਜਿੱਦਾਂ ਆਪਣੀ ਮੈਡੀਸਨ ਲੈਣੀ ਹੈ ਥਾਇਰਾਇਡ ਦੀ, ਰਾਈਟ। ਹੋਰ ਦੱਸੋ ਜੀ। ਹਾਂਜੀ ਉਦਾਂ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਹੁਣ ਠੀਕ। ਚਲੋ ਹੋਰ ਕੋਈ ਪ੍ਰੋਬਲਮ ਤਾਂ ਨਹੀਂ? ਤੁਹਾਨੂੰ ਕੋਲੇਸਟ੍ਰੋਲ ਹਾਈ ਹੋਵੇ ਜਾਂ ਕੋਈ ਤੁਹਾਨੂੰ ਹੋਰ ਕੋਈ ਕੌਨਸਟੀਪੇਸ਼ਨ ਰਹਿੰਦੀ ਹੋਵੇ, ਸਿਰ ਦਰਦ ਰਹਿੰਦਾ ਹੋਵੇ? ਨਹੀਂ ਉਹ ਸਾਰਾ ਕੁਝ ਨਾਰਮਲ ਆ, ਜਿੱਦਾਂ ਹੁਣ ਡਾਕਟਰ ਤੋਂ ਵੀ ਟੈਸਟ ਕਰਾਉਣੀ ਆ, ਐਵਰੀਥਿੰਗ ਜਿੱਦਾਂ ਨਾਰਮਲ ਆ, ਬਟ ਬੋਡੀ 'ਚ ਪੇਨ ਨਹੀਂ ਜਾਂਦੀ। ਬਲਵਿੰਦਰ ਜੀ ਮੈਂ ਤੁਹਾਨੂੰ ਹੁਣੇ ਦੱਸਾਂਗਾ, ਬੋਡੀ ਪੇਨ ਵੀ ਜਲਦੀ ਠੀਕ ਕਰਾਂਗੇ, ਤੁਸੀਂ ਟੀਵੀ ਪ੍ਰੋਗਰਾਮ ਦੇਖਦੇ ਰਹੋ ਜੀ। ਅਗਲੇ ਦਰਸ਼ਕ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਪਲੀਜ਼ ਟੀਵੀ ਦੀ ਆਵਾਜ਼ ਬੰਦ ਕਰ ਲਓ ਜੀ। ਹੈਲੋ, ਉਹਨਾਂ ਦੀ ਖੁਦ ਦੀ ਆਵਾਜ਼ ਆ ਨਹੀਂ ਰਹੀ ਜੀ, ਟੀਵੀ ਦੀ ਆਵਾਜ਼ ਜ਼ਿਆਦਾ ਸੀਗੀ, ਸੋ ਪਲੀਜ਼ ਟੀਵੀ ਦੀ ਆਵਾਜ਼ ਬੰਦ ਕਰਕੇ ਕਾਲ ਕਰਿਆ ਕਰੋ ਜੀ। ਪਹਿਲਾਂ ਤਾਂ ਜੀ ਮੈਂ ਦਰਸ਼ਕਾਂ ਅੱਗੇ ਇਹ ਬੇਨਤੀ ਕਰਾਂਗਾ ਵੀ ਚਾਹੇ ਸਾਨੂੰ ਅਗਲਾ ਐਪੀਸੋਡ ਵੀ ਇਸ 'ਤੇ ਕਰਨਾ ਪਵੇ, ਮੈਂ ਇੱਕ ਇੱਕ ਗੱਲ ਦਾ ਜਵਾਬ ਵੀ ਦੇਵਾਂਗਾ ਔਰ ਇੱਕ ਇੱਕ ਚੀਜ਼ ਤੁਹਾਨੂੰ ਕੋਸ਼ਿਸ਼ ਕਰਾਂਗਾ ਜੋ ਮੇਰਾ ਐਕਸਪੀਰੀਅੰਸ ਹੈ, ਜੋ ਮੈਂ ਦੇਖਿਆ। ਮੇਰਾ ਐਕਸਪੀਰੀਅੰਸ ਨਸ਼ੇ ਕਰਨ ਦਾ ਨਹੀਂ ਹੈ, ਮੈਂ ਲੋਕਾਂ ਨੇ ਨਸ਼ੇ ਛੁਡਾਏ ਨੇਗੇ ਬਹੁਤ ਜੀ, ਤੇ ਉਹ ਮੈਂ ਤੁਹਾਨੂੰ ਇੱਕ ਇੱਕ ਚੀਜ਼ ਸ਼ੇਅਰ ਵੀ ਕਰਾਂਗਾ ਔਰ ਪ੍ਰੈਕਟੀਕਲੀ ਤੁਹਾਨੂੰ ਜਿੰਨਾ ਮੈਂ ਸਮਝਾ ਸਕਿਆ ਜ਼ਰੂਰ ਸਮਝਾਵਾਂਗਾ ਜੀ। ਅਗਲੇ ਦਰਸ਼ਕ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਡਮ, ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਹਾਂਜੀ ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ ਜੀ, ਬਲਵਿੰਦਰ ਕੌਰ। ਠੀਕ ਹੈ ਜੀ। ਹਾਂਜੀ ਤੇ ਮੇਰੀ ਸਿਸਟਰ ਹੈ ਜੀ ਇੰਡੀਆ, ਹਾਂਜੀ ਲੁਧਿਆਣੇ। ਠੀਕ ਹੈ। ਉਹਨਾਂ ਨੂੰ ਬੁਖਾਰ ਨਹੀਂ ਟੁੱਟ ਰਿਹਾ ਜੀ, ਉਹ ਦਿਆਨੰਦ ਵੀ ਟੈਸਟ ਤਾਂ ਸਾਰੇ ਕਰ ਲਏ, ਉਹ ਕਹਿੰਦੇ ਸੀ ਕੋਈ ਪਤਾ ਨਹੀਂ ਇਨਫੈਕਸ਼ਨ ਹੈ ਜਾਂ ਕੁਛ ਹੋਰ ਹੈ, ਉਹ ਪਤਾ ਨਹੀਂ ਦੱਸ ਨਹੀਂ ਰਹੇ ਕਾਹਦਾ ਸਹੀ। ਉਹਨਾਂ ਦੀ ਏਜ ਕਿੰਨੀ ਹੈ ਤੁਹਾਡੀ? ਖਰਾਬ ਹੈ। ਤੁਹਾਡੀ ਸਿਸਟਰ ਦੀ ਏਜ ਕਿੰਨੀ ਹੈ? ਉਹ ਜੀ ਹੋਣੀ ਹੈ 60 ਸਾਲ ਦੀ ਹੋਣੀ ਹੈ ਜੀ। ਤੁਸੀਂ ਮੇਰਾ ਨੰਬਰ ਦੇ ਦਿਓ, ਸਵੇਰੇ 10 ਵਜੇ ਤੋਂ ਬਾਅਦ ਮੇਰੇ ਨਾਲ ਗੱਲ ਕਰਾ ਦਿਓ। ਹਾਂਜੀ ਮੇਰਾ ਨੰਬਰ ਦੇ ਦਿਓ ਇਹੀ ਉਹਨਾਂ ਨੂੰ, ਸਵੇਰੇ 10 ਵਜੇ ਤੋਂ ਬਾਅਦ ਮੈਨੂੰ ਕਾਲ ਕਰ ਲੈਣਗੇ। ਮੈਂ ਤੁਹਾਨੂੰ ਨੰਬਰ ਦੱਸ ਦਿੰਦਾ ਵੈਦ ਜੀ ਦਾ। ਹੁਣ ਵੈਸੇ ਉਹਨਾਂ ਦੇ ਨਾਮ ਦੇ ਨੀਚੇ ਲਿਖਿਆ ਹੋਇਆ ਨੰਬਰ ਹੈਗਾ ਜੀ 9417042231। ਕਿੰਨੇ ਵਜੇ ਜੀ? ਸਵੇਰੇ 10 ਵਜੇ ਤੋਂ ਬਾਅਦ, ਇੰਡੀਆ ਦੇ ਸਵੇਰੇ 10 ਵਜੇ ਤੋਂ ਬਾਅਦ ਮੇਰੇ ਨਾਲ ਗੱਲ ਕਰਾ ਦਿਓ।
ਬਲਵਿੰਦਰ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਧਿਆਨ ਨਾਲ ਸੁਣੋ ਜੋ ਅਸੀਂ ਕਹਿ ਰਹੇ ਹਾਂ। ਵੈਦ ਸਾਹਿਬ ਦਾ ਨੰਬਰ ਉਹਨਾਂ ਦੇ ਨਾਮ ਦੇ ਨੀਚੇ ਲਿਖਿਆ ਹੋਇਆ, ਠੀਕ ਹੈ ਜੀ, 94 170 42 231। ਕੱਲ ਸਵੇਰੇ 10 ਵਜੇ ਤੋਂ ਬਾਅਦ ਤੁਸੀਂ ਇਸ ਨੰਬਰ ਦੇ ਉੱਤੇ ਇੰਡੀਆ ਤੋਂ ਕਾਲ ਕਰਵਾ ਦਿਓ ਆਪਣੀ ਸਿਸਟਰ ਤੋਂ, ਜਿਨ੍ਹਾਂ ਨੂੰ ਪ੍ਰੋਬਲਮ ਹੈ ਜਾਂ ਉਹਨਾਂ ਦੇ ਨਾਲ ਕੋਈ ਕੇਅਰ ਟੇਕਰ ਹੋਊਗਾ, ਉਹਨਾਂ ਨੂੰ ਦੇ ਦਿਓ ਇਹ ਨੰਬਰ, ਉਹ ਕਾਲ ਕਰ ਲੈਣਗੇ ਵੈਦ ਜੀ ਨੂੰ। ਇਹ ਸਾਰੀ ਜਾਣਕਾਰੀ ਲੈ ਕੇ ਉਹਨਾਂ ਨੂੰ ਦੱਸ ਦੇਣਗੇ ਕਿ ਕੀ ਹੱਲ ਕੀਤਾ ਜਾ ਸਕਦਾ। ਉਹਨਾਂ ਨੇ ਟੀਵੀ ਦੇ ਉੱਤੇ ਸੁਣਨਾ ਸ਼ੁਰੂ ਕਰ ਦਿੱਤਾ ਤੇ ਪਲੀਜ਼ ਤੁਸੀਂ ਉਹਦੇ ਵਿੱਚ ਸੁਣ ਕੇ ਨੋਟ ਕਰ ਲਓ। ਹਾਂਜੀ, ਸੋ ਜਿਹੜਾ ਭੁੱਕੀ ਹੈ ਜੀ, ਜਾਂ ਤੁਸੀਂ ਡੋਡੇ ਕਹਿ ਰਹੇ ਸੀਗੇ, ਇਹ ਅਫੀਮ, ਇਹਦੇ ਵਿੱਚ ਨਾ ਜੀ ਵਿਅਕਤੀ ਦੀ ਭੁੱਖ ਮਰ ਜਾਂਦੀ ਹੈ, ਉਹਦਾ ਕੁਝ ਖਾਣ ਨੂੰ ਜੀ ਨਹੀਂ ਕਰਦਾ। ਤੋ ਇੱਥੇ ਜਿਹੜਾ ਟ੍ਰੀਟਮੈਂਟ ਦਾ ਮੋਡ ਆਫ ਐਕਸ਼ਨ ਹੈ ਨਾ, ਉਹ ਸਾਡੀ ਆਂਤ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਜਿਵੇਂ ਮੈਂ ਸ਼ਰਾਬ ਬਾਰੇ, ਲਿਵਰ ਬਾਰੇ ਮੁੱਖ ਰੱਖ ਕੇ ਕਰਦੇ ਹਾਂ, ਇੱਥੇ ਆਂਤ ਨੂੰ ਕਿਵੇਂ ਸ਼ੁੱਧ ਕਰਨਾ ਔਰ ਆਂਤ ਦੀ ਇਮਿਊਨਿਟੀ ਇਸ ਤਰ੍ਹਾਂ ਬਣਾਉਣੀ ਹੈ ਕਿ ਦੁਬਾਰਾ ਉਹ ਉਸ ਚੀਜ਼ ਦੀ ਉਹਨੂੰ ਲੋੜ ਨਾ ਪਵੇ ਜੀ। ਔਰ ਮਾਨਸਿਕ ਤੌਰ ਤੇ ਕਿਵੇਂ ਕਰਨਾ ਹੈਗਾ, ਦੇਖੋ ਇਹਦੇ ਵਿੱਚ ਜਿਹੜਾ ਸਾਡਾ ਪੰਚਕਰਮ ਹੈ, ਮੈਂ ਹੁਣੇ ਬਸਤੀ ਦੀ ਗੱਲ ਕਰ ਰਿਹਾ ਸੀਗਾ ਜੀ, ਬਹੁਤ ਇਫੈਕਟਿਵ ਹੈ। ਲੋਕ ਜਿੱਥੇ ਅਗਲੇ ਦਰਸ਼ਕ ਨੇ ਲੈ ਲਈ ਆਪਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੀਤ ਕੌਰ ਬੋਲ ਰਹੀ ਹਾਂ ਜੀ। ਪਰਮਜੀਤ ਜੀ ਐਡਮਿੰਟਨ ਤੋਂ। ਹਾਂਜੀ, ਐਡਮਿੰਟਨ ਤੋਂ, ਤੇ ਮੇਰੀ ਉਮਰ 53 ਈਅਰ 올ਡ ਹੈ। ਤੇ ਮੈਂ ਇਹ ਪੁੱਛਣਾ ਸੀ ਵੈਦ ਜੀ ਨੂੰ, ਜਿਵੇਂ ਜਿਸ ਤਰ੍ਹਾਂ ਨਾ ਮੈਨੂੰ ਜ਼ੁਕਾਮ ਮਹੀਨੇ ਕੇ ਬਾਅਦ ਨਾ, ਜਿਵੇਂ ਆਪਾਂ ਪੇਟ ਫੁੱਲ ਜਾਂਦਾ, ਅਫਰੀਮੇ ਟਾਈਪ ਹੋ ਜਾਂਦਾ, ਤੇ ਉਸ ਤੋਂ ਬਾਅਦ ਫਿਰ ਮੇਰੇ 2-3 ਵਾਰੀ ਦੂਸਰੇ ਤੀਸਰੇ ਦਿਨ ਜਿਹੜਾ ਪੇਟ ਕਲੀਨ ਹੁੰਦਾ, ਲੂਜ਼ ਮੋਸ਼ਨ ਟਾਈਪ ਲੱਗ ਜਾਂਦੇ ਆ। ਮੇਰੇ ਇੰਡੋਸਕੋਪੀ, ਕਨੋਲਸਪੀ, ਐਵਰੀਥਿੰਗ ਇਜ਼ ਗੁੱਡ ਹੈ। ਸਾਰੇ ਟੈਸਟ ਹੋਏ ਲਾਸਟ ਮੰਥ ਵੀ, ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਮੈਨੂੰ ਕਈ ਵਾਰੀ ਇਦਾਂ ਹੁੰਦਾ ਵੀ ਜਿਵੇਂ ਮੈਂ ਬੈਠ ਨਹੀਂ ਸਕਦੀ, ਮੈਨੂੰ ਇੰਨਾ ਅਫਰੀਮਾ ਹੋ ਜਾਂਦਾ। ਠੀਕ ਹੈ, ਇਹਦੇ ਬਾਰੇ ਪੁੱਛਣਾ ਸੀ। ਮੈਂ ਹੁਣੇ ਦੱਸਾਂਗਾ ਜੀ, ਤੁਹਾਨੂੰ ਹੁਣੇ ਜਵਾਬ ਦੇਣਗੇ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣ ਲਿਓ। ਔਰ ਮੈਡਮ ਬਹੁਤ ਵਧੀਆ ਲੱਗਿਆ, ਤੁਸੀਂ ਨਾਮ ਆਪਣੇ ਤੇ ਏਰੀਆ ਤੇ ਉਮਰ ਪਹਿਲਾਂ ਦੱਸਤੀ ਸਾਨੂੰ। ਥੈਂਕ ਯੂ ਜੀ। ਹਾਂਜੀ, ਪਰਮਜੀਤ ਕੌਰ 53। ਹਾਂਜੀ। ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ ਜੀ। ਸੋ ਜਿਹੜੀ ਬਸਤੀ ਕਰਮ ਹੈਗਾ, ਪੰਚਕਰਮਾਂ ਦਾ, ਇਹ ਬਹੁਤ ਇਫੈਕਟਿਵ ਹੈ। ਇਹ ਇਕੱਲਾ ਕਰੋਨਿਕ ਡਿਜ਼ੀਜ਼ ਵਿੱਚ ਨਹੀਂ ਅਸੀਂ ਯੂਜ਼ ਕਰਦੇ। ਜਿਹੜੇ ਖਾਸ ਤੌਰ ਤੇ ਨਸ਼ਾ ਲੈਂਦੇ ਨੇ ਉਹਨਾਂ ਨੂੰ ਇਹ ਜਿਹੜਾ ਬਸਤੀ ਦਾ 7 ਦਿਨ ਦਾ ਕੋਰਸ ਕਰਵਾ ਕੇ, ਔਰ ਨਾਲ PPS, ਪੱਤਰ ਪਿੰਡ ਸਵੇਦ, ਅੱਛਾ, ਜਿਹੜੀਆਂ ਕਡੱਲਾਂ ਪੈਂਦੀਆਂ ਨੇ ਜੀ, ਬੋਡੀ ਏਕ ਹੁੰਦਾ ਹੈਗਾ, ਉਹਦੇ ਵਾਸਤੇ ਬਹੁਤ ਹੀ ਇਫੈਕਟਿਵ ਟ੍ਰੀਟਮੈਂਟ ਹੈਗਾ। ਸੋ ਅਗਰ ਤੁਹਾਡੇ ਉੱਥੇ ਕਿਤੇ ਵੀ ਨੇੜੇ ਪੰਚਕਰਮਾ ਸੈਂਟਰ, ਬਜਾਏ ਨਸ਼ਾ ਛਡਾਊ ਕੇਂਦਰ ਭੇਜਣ ਦੇ, ਜ਼ਹਿਰ ਖਵਾਉਣ ਦੇ, ਪੰਚਕਰਮਾ ਸੈਂਟਰ 'ਚ ਪੇਸ਼ੈਂਟ ਨੂੰ ਲੈ ਕੇ ਜਾਓ, ਔਰ ਤੁਸੀਂ ਦੇਖੋਗੇ ਕਿ 2-3 ਦਿਨ ਦੇ ਵਿੱਚ ਕਿੰਨਾ ਚੇਂਜ ਆਉਣਾ ਸ਼ੁਰੂ ਹੋ ਜਾਏਗਾ। ਅੱਖਾਂ ਦੀ ਚਮਕ ਦੁਬਾਰਾ ਆਉਣ ਲੱਗ ਜਾਏਗੀ। ਇਹ ਨਾਲ ਜਿਹੜੀਆਂ ਆਯੁਰਵੇਦੀ ਮੈਂ ਹਰਬਸ ਦੱਸੀਆਂ ਨੇ, ਇਹ ਸਭ ਤੋਂ ਵੱਡਾ ਸਿੰਪਟਮ ਹੈ, ਬਜਾਏ ਕਿ ਟੈਸਟ ਕਰਾਉਣ ਦੇ। ਹੁਣ ਜਿਵੇਂ ਇਹਨਾਂ ਦਾ ਮੈਡਮ ਦਾ ਫੋਨ ਆਇਆ ਸੀ, ਪਰਮਜੀਤ ਜੀ ਦਾ, ਕਹਿੰਦੇ ਜੀ ਮੈਂ ਐਂਡੋਸਕੋਪੀ ਕਰਾ ਲਈ, ਸਭ ਗੁੱਡ ਨੇਗੀਆਂ, ਜਦ ਕਿ ਉਹ ਨਾਰਮਲ ਨੇ। ਗੁੱਡ ਦਾ ਮਤਲਬ ਹੁੰਦਾ ਕਿ ਬਿਲਕੁਲ ਠੀਕ ਹੈ ਜਾਂ ਬਹੁਤ ਵਧੀਆ ਨੇ, ਨਾਰਮਲ ਨੇ, ਉਹ ਨਾਰਮਲ ਨੇ। ਠੀਕ ਹੈ ਜੀ। ਸੋ ਇਹ ਜਿਹੜਾ ਆਪਾਂ ਸਮਝਦੇ ਨਹੀਂ ਕਿ ਉੱਥੇ ਜਾ ਕੇ ਆਪਾਂ ਨੂੰ ਕੋਈ ਨਸ਼ਾ ਛਡਾ ਲਾਂਗੇ, ਇਹ ਟੋਟਲੀ ਗਲਤ ਗੱਲਾਂ ਨੇ। ਮੇਰਾ ਆਪਦਾ ਐਕਸਪੀਰੀਅੰਸ ਹੈਗਾ। ਤੁਸੀਂ ਜਿੰਨਾ ਬੇਸਿਕ ਪ੍ਰਿੰਸੀਪਲ 'ਚ ਰਹਿ ਕੇ, ਜੋ ਸਾਡਾ ਲਾਈਫ ਸਟਾਈਲ ਹੈਗਾ, ਉਹਦੇ ਮੁਤਾਬਕ ਘਰੇ ਬੈਠ ਕੇ ਆਪਦਾ ਨੂੰ ਉਪਚਾਰ ਠੀਕ ਕਰ ਸਕਦੇ ਹੋ। ਹੁਣ ਮੰਨ ਲਓ ਕਿਤੇ ਤੁਹਾਨੂੰ ਪੰਚਕਰਮਾ ਸੈਂਟਰ ਜਾਣਾ ਹੀ ਪੈ ਗਿਆ ਤਾਂ ਕੀ ਫਰਕ ਪੈਂਦਾ ਹੈਗਾ ਜੀ। ਲੇਕਿਨ ਉੱਥੋਂ ਤੁਹਾਨੂੰ ਨਾਲ ਗਾਈਡੈਂਸ ਵੀ ਮਿਲ ਜਾਏਗੀ ਵੀ ਤੁਸੀਂ ਆਪਦੇ ਆਪ ਨੂੰ ਕਿਵੇਂ ਸ਼ੁੱਧ ਕਰਨਾ ਹੈ, ਬੋਡੀ ਨੂੰ ਕਿਵੇਂ ਸ਼ੁੱਧ ਕਰਨਾ ਹੈ। ਇੱਕ ਇਹੀ ਸਟੇਜ ਆਉਂਦੀ ਹੈ ਜੀ, ਬੋਡੀ ਵੀ ਸ਼ੁੱਧ ਹੋ ਗਈ, ਕਲੀਨ ਹੋ ਗਈ, ਜਿਹੜਾ ਸਫਰ ਹੈ ਉਹ ਨਸ਼ਾ ਘਟਾ ਵੀ ਦਿੰਦਾ ਹੈਗਾ, ਤਾਂ ਕਿਤੇ ਨਾ ਕਿਤੇ ਸਮਾਜਿਕ ਤੌਰ ਤੇ ਹਰਟ ਹੁੰਦਾ ਹੈਗਾ ਜਦੋਂ ਠੀਕ ਹੋਣ ਲੱਗਦਾ ਨਾ ਜੀ। ਬਿਲਕੁਲ ਟੌਂਟਿੰਗ ਵੇ ਨਾਲ ਆਪਾਂ ਜੇ ਦੇਖੀਏ, ਅੱਧੀਆਂ ਲੜਾਈਆਂ ਟੌਂਟਿੰਗ ਤੇ ਈਗੋ ਨਾਲੇ ਹੁੰਦੀਆਂ ਨੇ। ਜੇ ਜੀਓ ਔਰ ਜੀਣੋ ਦੋ ਇਸ ਲਾਈਨ ਤੇ ਚੱਲਣ ਨਾ, ਤਾਂ ਮੇਰੇ ਖਿਆਲ ਹੈ ਕੋਈ ਸਮਾਜ ਦੇ ਵਿੱਚ ਜ਼ਿਆਦਾ ਕਲੇਸ਼ ਨਾ ਹੋਣ। ਜੀਓ, ਖੁਦ ਜੀਓ, ਖੂਬ ਮੌਜ ਕਰੋ, ਦੂਜੇ ਨੂੰ ਵੀ ਜੀਣ ਦਿਓ, ਲੇਕਿਨ ਉਹਨੂੰ ਵੀ ਹੱਕ ਹੈ। ਜਦੋਂ ਤੁਸੀਂ ਇਹ ਸੋਚ ਰਹੇ ਹੋ ਨਾ ਕਿ ਮੈਂ ਤਾਂ ਹਰ ਇੱਕ ਚੀਜ਼, ਹਰ ਇੱਕ ਫੈਸਿਲਿਟੀ ਇੰਜੋਏ ਕਰਾਂ, ਤੇ ਉਹ ਦੂਸਰਾ ਕਿਉਂ ਐ ਕਰ ਰਿਹਾ ਹੈਗਾ, ਉੱਥੇ ਹੀ ਸਾਡੀਆਂ ਪ੍ਰੋਬਲਮ ਖੜੀਆਂ ਹੁੰਦੀਆਂ ਨੇ। ਟੈਨਸ਼ਨ ਆਉਂਦੀਆਂ ਨੇਗੀਆਂ, ਤਰ੍ਹਾਂ ਤਰ੍ਹਾਂ ਦੇ ਨਸ਼ੇ ਸ਼ੁਰੂ ਕਰ ਦਿੰਦੇ ਆਂਗੇ, ਨੀਂਦ ਨਹੀਂ ਆਉਂਦੀ, ਨੀਂਦ ਦੀਆਂ ਦਵਾਈਆਂ ਖਾਣੀ ਸ਼ੁਰੂ ਕਰ ਦਿੰਦੇ ਆਂਗੇ। ਇੱਕ ਨਾ ਜੀ ਨਸ਼ਾ ਜਿਹੜਾ ਆਪਾਂ ਮਿਸ ਕਰ ਰਹੇ ਹਾਂ, ਉਹ ਕਈ ਲੋਕ, ਵੈਸੇ ਤਾਂ ਹੁਣ ਲੋਕ ਪਤਾ ਕੀ ਖਾਣ ਲੱਗੇ, ਨੀਂਦ ਦੀਆਂ ਦਵਾਈਆਂ ਜਾਂ ਟਰੰਕਲਾਈਜ਼ਰ, ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀ ਕਿ ਕਦੇ SOS ਜਾਂ ਐਮਰਜੈਂਸੀ ਵਿੱਚ ਯੂਜ਼ ਕਰਨ ਵਾਸਤੇ, ਲੋਕਾਂ ਦੇ ਭਲੇ ਵਾਸਤੇ ਯੂਜ਼ ਹੁੰਦੀਆਂ ਨੇ, ਉਹ ਜਦੋਂ ਰੂਟੀਨ 'ਚ ਔਰ ਓਵਰਡੋਜ਼ ਲੈ ਕੇ ਵਿਅਕਤੀ ਸੌਣ ਲਈ ਜਾਂ ਆਪਣੀ ਬੋਡੀ ਜਾਂ ਕਡੱਲਾਂ ਨੂੰ ਠੀਕ ਕਰਨ ਲਈ ਖਾਣ ਲੱਗ ਜਾਂਦਾ, ਉਹ ਵੀ ਇੱਕ ਬਹੁਤ ਵੱਡਾ ਨਸ਼ਾ ਹੈ।
ਤਾਂ ਉਹ ਵੀ ਮਤਲਬ ਉਹ ਨੋਟ ਡਾਊਨ ਵੀ ਨਹੀਂ ਹੁੰਦਾ, ਬਟ ਉਹ ਇੱਕ ਨਸ਼ਾ ਬਣ ਜਾਂਦਾ ਹੈ। ਉਹਦੇ ਬਾਰੇ ਤਾਂ ਆਪਣੇ ਨਾਲ ਬਲਕਿ ਦਰਸ਼ਕ ਲੋਕ ਨੇ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਰਮਨ ਹੈ ਤੇ ਮੇਰੀ ਏਜ 61 ਆ ਤੇ ਵੀ ਮੈਂ ਪੁੱਛਣਾ ਸੀ ਜੀ, ਚਾਹ ਦਾ ਵੀ ਤਾਂ ਇੱਕ ਨਸ਼ਾ ਹੁੰਦਾ ਨਾ ਜੀ, ਉਸ ਦੇ ਬਾਰੇ ਵੀ ਦੱਸ ਤੇ ਦੇਣਾ। ਮੈਨੂੰ ਚਾਹ ਹੋਰ ਕਿਸੇ ਚੀਜ਼ ਤੇ ਮੇਰਾ ਚਾਹ ਪੀਣ ਨੂੰ ਬਹੁਤ ਜੀ ਕਰਦਾ ਰਹਿੰਦਾ। ਜੀ, ਮੈਂ ਤੁਹਾਨੂੰ ਇਹਦਾ ਸਬਸਟੀਟਿਊਟ ਦੱਸ ਦਾਂਗਾ ਮੈਡਮ, ਕਿ ਤੁਸੀਂ ਇਹਨਾਂ ਖੁੱਲ ਕੇ ਵਧੀਆ ਕੁਐਸਚਨ ਪੁੱਛਿਆ ਰਮਨ ਜੀ। ਮੈਂ ਤੁਹਾਨੂੰ ਇਹਦਾ ਸਬਸਟੀਟਿਊਟ ਦੱਸ ਦਾਂਗਾ, ਔਰ ਸਬਸਟੀਟਿਊਟ ਵੀ ਉਹ ਦੱਸਾਂਗਾ ਜਿਹਦਾ ਕਿ ਤੁਹਾਨੂੰ ਆਦਤ ਨਹੀਂ ਪਏਗੀ। ਓਕੇ ਜੀ, ਥੈਂਕ ਯੂ ਜੀ। ਹਾਂ, ਓਕੇ ਜੀ। ਓਕੇ, ਇਹ ਕੁਐਸਚਨ ਬੜੇ ਲੋਕਾਂ ਦੇ ਕੰਮ ਆਏਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ ਮੈਡਮ, ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰਦੇ ਹੋ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲਦੀ ਹਾਂ, ਜਸਵੀਰ ਹੈ ਮੇਰਾ ਨਾਮ। ਮੈਨੂੰ ਵੀਰ ਜੀ ਮੇਰਾ ਨਾ ਥਾਇਰਾਇਡ ਕੱਢਿਆ ਹੋਇਆ ਹੈ। ਮੈਡਮ ਟੀਵੀ ਦੀ ਆਵਾਜ਼ ਇੱਕ ਤਾਂ ਬੰਦ ਕਰੋ ਤੇ ਆਪਣਾ ਨਾਮ ਪਲੀਜ਼ ਰਿਪੀਟ ਕਰ ਦਿਓ, ਮੈਨੂੰ ਨਾਮ ਨਹੀਂ ਸਮਝ ਆਇਆ ਤੁਹਾਡਾ। ਜਸਵੀਰ। ਜਸਵੀਰ, ਹਾਂਜੀ ਠੀਕ ਹੈ ਜੀ, ਠੀਕ ਹੈ ਮੈਮ। ਤੇ ਹੁਣ ਦੱਸੋ ਤੁਸੀਂ ਆਪਣੀ ਪ੍ਰੋਬਲਮ ਤੇ ਏਜ ਦੱਸ ਦਿਓ ਮੈਨੂੰ ਨਾਲ। ਹਾਂਜੀ, ਮੇਰਾ ਨਾਲ ਨਾ ਥੋੜਾ ਜਿਹਾ ਬਲੱਡ ਪ੍ਰੈਸ਼ਰ ਹਾਈ ਆ, ਪਰ ਮੇਰੀ ਸ਼ੂਗਰ ਜਿੱਦਾਂ ਲੇਬਲ ਤੇ ਆ ਨਾ, ਡਾਕਟਰ ਕਹਿੰਦਾ ਵੀ ਲੇਬਲ ਤੇ ਆ। ਤੇ ਮੈਨੂੰ ਕਹਿੰਦਾ ਵੀ ਤੇਰੇ ਕੋਲੇਸਟ੍ਰੋਲ ਜੰਮਦਾ ਹੈ, ਪਰ ਮੈਂ ਨਾ ਤਾਂ ਤਲੀ ਚੀਜ਼ ਖਾਣੀ ਹੈ ਨਾ ਮੈਂ ਬਟਰ ਖਾਣੀ ਹੈ, ਰਾਈਟ। ਉਹ ਮੈਨੂੰ ਗੋਲੀ ਜਿਹੜੀ ਦਿੰਦਾ ਉਹਦੇ ਨਾਲ ਮੇਰੀ ਚਰਬੀ ਬਿਲਕੁਲ ਸੁਕਲੀ ਜਾਂਦੀ ਹੈ। ਠੀਕ ਹੈ ਜੀ, ਤੁਹਾਡੀ ਉਮਰ ਕਿੰਨੀ ਹੈ ਮੈਡਮ? ਉਮਰ ਕਿੰਨੀ ਹੈ ਤੁਹਾਡੀ? 58। ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਵਾਬ ਦੇ ਰਹੇ ਹਾਂ ਜੀ। ਅਗਲੇ ਦਰਸ਼ਕ ਨੇ ਜੀ। ਹੈਲੋ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਪੁੱਛਣਾ ਸੀਗਾ ਕੁਝ ਡਾਕਟਰ ਸਾਹਿਬ ਜੀ। ਤੁਸੀਂ ਆਪਣਾ ਨਾਮ ਦੱਸ ਦਿਓ, ਉਮਰ ਦੱਸ ਦਿਓ ਤੇ ਏਰੀਆ ਦੱਸ ਦਿਓ, ਕਿੱਥੋਂ ਗੱਲ ਕਰ ਰਹੇ ਹੋ? ਹਾਂ, ਮੇਰਾ ਨਾਮ ਹੈਗਾ ਹਰਵਿੰਦਰ। ਮੈਂ ਕਾਲ ਕਰਦੀ ਬ੍ਰੈਂਪਟਨ ਤੋਂ। ਠੀਕ ਹੈ ਜੀ, ਤੇ ਏਜ ਕਿੰਨੀ ਹੈ ਤੁਹਾਡੀ? ਮੇਰੀ ਏਜ ਹੈਗੀ 63। ਠੀਕ ਹੈ ਜੀ, ਹੁਣ ਤੁਸੀਂ ਆਪਣਾ ਸਵਾਲ ਪੁੱਛ ਲਓ। ਹੈਲੋ। ਹਾਂਜੀ ਮੈਮ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਹਾਂਜੀ, ਮੈਂ ਪੁੱਛਣਾ ਸੀਗਾ ਕਿ ਮੇਰੀ ਨਾ ਕਾਫ ਮਸਲ ਤੇ ਲੋਅਰ ਲੈਗਸ ਤੇ ਕ੍ਰੈਂਪਸ ਬਹੁਤ ਪੈਂਦੇ ਆ ਤੇ ਇਟਸ ਲਾਈਕ ਵੈਰੀ ਪੇਨਫੁਲ। ਤੇ ਬਲੱਡ ਵਰਕ ਮੇਰਾ ਸਾਰਾ ਠੀਕ ਹੈ, ਕੋਈ ਦਾ ਇਲੈਕਟ੍ਰੋਲਾਈਟਸ, ਪੋਟਾਸ਼ੀਅਮ, ਕੈਲਸ਼ੀਅਮ, ਐਵਰੀਥਿੰਗ ਇਜ਼ ਗੁੱਡ। ਠੀਕ ਹੈ ਜੀ। ਜੀ, ਤੁਹਾਡੇ ਵੱਲੋਂ ਕੋਈ ਸਵਾਲ ਬਸ ਠੀਕ ਹੈ ਜੀ, ਮੈਂ ਹੁਣੇ ਦੱਸਾਂਗਾ ਜੀ। ਜੀ, ਤੁਹਾਨੂੰ ਹੁਣੇ ਜਵਾਬ ਦੇਣਗੇ ਜੀ ਵੈਦ ਸਾਹਿਬ, ਤੁਸੀਂ ਪਲੀਜ਼ ਨੋਟ ਡਾਊਨ ਕਰ ਲੈਣਾ ਪ੍ਰੋਗਰਾਮ ਦੇ ਵਿੱਚ ਜੀ। ਹੁਣ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਾਂਗੇ, ਇਸ ਤੋਂ ਬਾਅਦ ਅਸੀਂ ਕਾਲ ਨਹੀਂ ਲੈ ਪਾਵਾਂਗੇ ਸਮੇਂ ਦੇ ਹਿਸਾਬ ਨਾਲ, ਤੇ ਜਿਹੜੀ ਗੱਲ ਪਰ ਮੇਰਾ ਵਾਅਦਾ ਜੀ ਦਰਸ਼ਕਾਂ ਦੇ ਨਾਲ ਵੀ ਜੋ ਇਹਨਾਂ ਦੇ ਸਵਾਲ ਨੇ, ਜੋ ਇਹਦੇ ਮੁਤਲਕ ਕੋਈ ਹੋਰ, ਅਸੀਂ ਨੈਕਸਟ ਐਪੀਸੋਡ ਵੀ ਇਹਦੇ ਤੇ ਕਰ ਲਾਂਗੇ ਜੀ। ਪਰ ਅਸੀਂ ਇੱਕ ਚੀਜ਼ ਦਾ, ਕਿਉਂਕਿ ਇਹ ਬੜਾ ਸੈਂਸਿਟਿਵ ਇਸ਼ੂ ਹੈ ਔਰ ਬਹੁਤ ਲੋਕ ਇਹਦੇ ਨਾਲ ਪੀੜਤ ਨੇਗੇ। ਔਰ ਆਪਾਂ ਮੇਰੇ ਦਿਮਾਗ ਚ ਆ ਰਹੇ ਨੇ, ਅਸੀਂ ਉਹ ਵੀ ਆਪਾਂ ਮੇਰੇ ਖਿਆਲ ਹੁਣ ਜਵਾਬ ਦੇ ਦਈਏ ਜੀ, ਹਨਾ, ਤਾਂ ਕਿ ਕੋਈ ਜਵਾਬ ਤੋਂ ਨਾ ਰਹਿ ਜਾਵੇ, ਹਨਾ ਜੀ। ਪਰਮਜੀਤ ਜੀ ਦਾ ਫੋਨ ਸੀਗਾ ਜੀ ਆਪਾਂ ਨੂੰ, ਐਡਮਿੰਟਨ ਤੋਂ, ਹਨਾ ਜੀ। ਇਹਨਾਂ ਨੂੰ ਗੈਸ ਬਣਦੀ ਹੈ ਜੀ ਪੇਟ ਦੇ ਵਿੱਚ, ਔਰ ਇਹਨਾਂ ਨੂੰ ਮੈਂ ਬਹੁਤ ਵਧੀਆ ਨੁਸਖਾ ਮੈਂ ਕਈ ਵਾਰ ਦੱਸਿਆ ਹੈਗਾ। ਜੀਰਾ, ਸੌਂਫ ਔਰ ਅਜਮੈਨ ਤਿੰਨੇ ਰਾਤ ਨੂੰ ਭਿਉਂ ਕੇ ਰੱਖ ਦਿਆ ਕਰੋ ਇੱਕ ਗਲਾਸ ਪਾਣੀ ਦੇ ਵਿੱਚ, ਵੱਡੇ ਗਲਾਸ 'ਚ। ਸਵੇਰੇ ਉਹਨਾਂ ਨੂੰ ਛਾਣ ਕੇ ਜਾਂ ਬਿਨਾਂ ਛਾਣੇ ਬੋਇਲ ਕਰ ਲਓ। ਜਦੋਂ ਅੱਧਾ ਗਲਾਸ ਰਹਿ ਜਾਵੇ ਪਾਣੀ ਦਾ, ਉਹਨੂੰ ਸਿਪ ਕਰਕੇ 2 ਘੰਟਿਆਂ 'ਚ ਪੀ ਲਓ। ਤੁਹਾਡਾ ਇੰਟੈਸਟਾਈਨ ਕਲੀਅਰ ਵੀ ਹੋ ਜਾਏਗਾ, ਆਂਤ ਸਾਫ਼ ਵੀ ਹੋ ਜਾਏਗਾ, ਗੈਸ ਵੀ ਨਹੀਂ ਬਣੇਗੀ, ਜਿਹੜਾ ਤੁਹਾਨੂੰ ਅਫਾਰਾ ਹੋ ਜਾਂਦਾ ਉਹ ਵੀ ਬਿਲਕੁਲ ਨਹੀਂ ਹੋਏਗਾ। ਠੀਕ ਹੈ ਜੀ। ਅੱਗੇ ਸੀਗੇ ਜੀ ਰਮਨ ਜੀ। ਰਮਨ ਜੀ ਕਹਿੰਦੇ ਜੀ ਮੈਨੂੰ ਚਾਹ ਦਾ, ਰਮਨ ਜੀ ਤੁਲਸੀ ਤੇ ਕੱਲੀ ਦਾਲ ਚੀਨੀ, ਕੋਈ ਮਲੱਠੀ, ਕਾਲੀ ਮਿਰਚ, ਹੋਰ ਕੁਝ ਪਾਉਣ ਦੀ ਲੋੜ ਨਹੀਂ, ਕਾੜਾ ਬਣਾਉਣ ਦੀ ਲੋੜ ਨਹੀਂ। ਅੱਧਾ ਗਲਾਸ, 1 ਕੱਪ ਤੁਸੀਂ ਪਾਣੀ ਦਾ ਰੱਖ ਲਓ। ਹਾਂ, ਇੱਕ ਥੋੜੀ ਜਿਹੀ ਨਾ ਬੜੀ ਇਲਾਇਚੀ ਜ਼ਰੂਰ ਪਾ ਲਿਓ, 2 ਪੱਤੇ ਤੁਲਸੀ ਦੇ, ਅੱਧੀ ਬੜੀ ਇਲਾਇਚੀ ਔਰ ਥੋੜੀ ਜਿਹੀ ਚੁਟਕੀ ਦਾਲ ਚੀਨੀ। ਨਾ ਕੋਲੈਸਟਰੋਲ ਵਧੇਗਾ, ਔਰ ਜਿਹੜਾ ਤੁਹਾਨੂੰ ਚਾਹ ਦਾ ਨਸ਼ਾ ਪਿਆ ਹੋਇਆ ਨਾ, ਥੋੜੀ ਦੇਰ ਬਾਅਦ ਤੁਸੀਂ ਇਹ ਇਕੱਠੇ ਹੀ ਬਣਾ ਕੇ ਇੱਕ ਥਰਮਸ 'ਚ ਰੱਖ ਲਿਆ ਕਰੋ, ਚਾਹੇ ਦਿਨ 'ਚ 5 ਵਾਰ ਪੀ ਲਿਆ ਕਰਿਓ। ਇਹ ਐਂਟੀਆਕਸੀਡੈਂਟ ਨੇ, ਤੁਹਾਨੂੰ ਕੋਲੈਸਟਰੋਲ ਨਹੀਂ ਵਧੇਗਾ, ਤੁਹਾਨੂੰ ਟੇਸਟ ਵੀ ਉਹਦੇ ਵਾਲਾ ਵਧੀਆ ਆਏਗਾ, ਔਰ ਤੁਹਾਨੂੰ ਬਲਕਿ ਇਹ ਲੱਗੇਗਾ ਵੀ ਤੁਸੀਂ ਇੱਕ ਬਹੁਤ ਅੱਛੀ ਚੀਜ਼ ਪੀ ਰਹੇ ਹੋਗੇ। ਬਸ ਇਹ ਜ਼ਰੂਰ ਥੋੜੀ ਜਿਹੀ ਫੀਲਿੰਗ ਲੈ ਆਇਓ ਵੀ ਇਹ ਨਾ ਇੱਕ ਸਿੰਪਲ ਵੈਦ ਨਹੀਂ ਦੱਸਿਆ ਸੀਗਾ, ਇਹ ਤੁਹਾਨੂੰ 5 ਸਟਾਰ ਜਾਂ 7 ਸਟਾਰ ਦੇ ਵਿੱਚ ਨਾ ਕੋਈ 500 ਰੁਪਈਆ ਦੇ ਕੇ ਇਹ ਕੱਪ ਤਿਆਰ ਕਰਕੇ ਪਿਲਾਇਆ ਗਿਆ ਹੈਗਾ। ਇੰਨੀ ਫੀਲਿੰਗ ਲੈ ਲਿਓ, ਫਿਰ ਤੁਹਾਨੂੰ ਇਹਦੀ ਆਦਤ ਪੈ ਜਾਏਗੀ। ਠੀਕ ਹੈ ਜੀ, ਠੀਕ ਹੈ ਜੀ। ਤੇ ਅੱਗੇ ਆ ਗਏ ਜੀ ਆਪਣੇ ਸੀਗੇ ਜਸਲੀਨ ਜੀ 58 ਦੇ। ਇਹ ਇਹਨਾਂ ਦਾ ਥਾਇਰਾਇਡ ਕੱਢਿਆ ਹੋਇਆ ਜੀ ਇਹਨਾਂ ਦਾ। ਇਹਨਾਂ ਨੂੰ ਜੀ ਹਾਈ ਬਲੱਡ ਪ੍ਰੈਸ਼ਰ ਔਰ ਸ਼ੂਗਰ ਬਿਲਕੁਲ ਉਹਦੇ ਉੱਪਰ ਹੈ, ਇਹਨਾਂ ਨੂੰ ਵੀ ਜੀ ਉਹ ਦਰਦ ਹੈਗਾ, ਹੈ ਨਾ ਜੀ। ਇਹੀ ਸੀ ਨਾ ਜੀ ਇਹਨਾਂ ਨੂੰ
ਪੇਨਫੁਲ, ਹਾਂਜੀ। ਸੋ ਦੇਖੋ ਮੈਂ ਪਹਿਲਾਂ ਵੀ ਦੱਸਿਆ ਹੈਗਾ, ਇਸ ਏਜ 'ਚ ਆ ਕੇ ਜੇ ਮੰਨ ਲਓ ਥਾਇਰਾਇਡ ਕੱਢਿਆ ਹੋਇਆ ਹੈ ਜਾਂ ਥਾਇਰਾਇਡ ਦੀਆਂ ਦਵਾਈਆਂ ਖਾਈਆਂ ਨੇ, ਇਹਨਾਂ ਦਵਾਈਆਂ ਦੇ ਸਾਈਡ ਇਫੈਕਟ ਬੜੇ ਲੰਬੇ ਟਾਈਮ ਤੱਕ ਚੱਲਦੇ ਨੇ। ਕੋਈ ਨਾ ਕੋਈ ਆਯੁਰਵੇਦ ਦੇ ਅਨੁਸਾਰ ਰਸਾਇਣ ਔਸ਼ਧੀ ਲੈਣੀ ਸ਼ੁਰੂ ਕਰ ਦਿਓ। ਉਹ ਰਸਾਇਣ ਔਸ਼ਧੀ ਥੋੜਾ ਪ੍ਰੋਪਰ ਮਿਲਕ ਵੀ ਹੈ, ਦੇਸੀ ਘੀ ਵੀ ਹੈ, ਸ਼ਿਲਾਜੀਤ ਵੀ ਹੈ, ਅਸਗੰਧ ਵੀ ਹੈ, ਸ਼ਤਾਵਰ ਵੀ ਹੈ, ਮਿੱਠੀਆਂ ਸਰੰਜਾਂ ਵੀ ਨੇ। ਇਹ ਸਾਰੀਆਂ ਚੀਜ਼ਾਂ ਰਸਾਇਣ ਔਸ਼ਧੀਆਂ ਨੇ। ਤੁਸੀਂ ਇਹਨਾਂ ਨੂੰ ਲੈਣਾ ਸ਼ੁਰੂ ਕਰ ਦਿਓ। ਤੁਹਾਡਾ ਜਿਹੜਾ ਕਰੈਮ ਜਾਂ ਦਰਦ ਹੋਣਾ, ਲੱਤਾਂ ਦਾ ਦਰਦ ਹੋਣਾ ਜਾਂ ਕੋਈ ਥੋੜੀ ਬਹੁਤ ਸਵੈਲਿੰਗ ਹੋਣੀ ਵੀ ਉਹਦੇ ਨਾਲ ਠੀਕ ਹੋ ਜਾਏਗੀ ਜੀ। ਅੱਗੇ ਸੀਗੇ ਉਸ ਤੋਂ ਬਾਅਦ ਹਰਵਿੰਦਰ ਜੀ ਸੀਗੇ। ਹਰਵਿੰਦਰ ਜੀ ਸੀਗੇ ਜੀ, 66 ਸਾਲਾਂ ਦੀ ਉਮਰ ਹੈ ਜੀ। ਹਾਂਜੀ 63 ਸਾਲ, ਸੌਰੀ 63 ਸਾਲ ਹੈ ਜੀ। ਤੇ ਇਹਨਾਂ ਦੇ ਪੇਨਫੁਲ ਤਾਂ ਹੈਗੇ ਸੀ ਜੀ, ਇਹਨਾਂ ਦੇ ਕਾਫ ਮਸਲ ਦੇ ਵਿੱਚ ਇਹਨਾਂ ਨੇ ਦੱਸਿਆ ਸੀ ਨਾ ਕੜਲਾਂ ਪੈਂਦੀਆਂ ਨੇ। ਦੇਖੋ ਉਹਦਾ ਉਹੀ ਉਪਚਾਰ ਹੈ, ਪਰ ਇਹ ਕੜਲਾਂ ਔਰ ਕ੍ਰੈਮਸ ਵਾਸਤੇ ਇਹਨਾਂ ਨੇ ਕਿਹਾ ਸੀ ਮੇਰੇ ਸਾਰੇ ਟੈਸਟ ਵੀ ਠੀਕ ਨੇਗੇ ਜੀ। ਇਹਨਾਂ ਸਾਰਿਆਂ ਵਾਸਤੇ ਜਿਹੜਾ ਹੈ ਨਾ ਜੀ, ਉਹ ਕੱਲਾ ਹਰੜ ਔਰ ਜਿਹੜਾ ਸੌਂਠ ਹੈ ਉਹਦਾ ਬਰਾਬਰ ਦਾ ਪਾਊਡਰ ਮਿਲਾ ਕੇ ਜਿਵੇਂ ਸਵੇਰੇ ਸ਼ਾਮ ਦੇਣ ਨਾਲ ਵੀ ਇਹ ਠੀਕ ਹੋ ਜਾਏਗਾ ਜੀ। ਸੋ ਮੇਰੇ ਖਿਆਲ ਨਾਲ ਸਾਰਿਆਂ ਨੂੰ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਮਿਲ ਗਏ ਹੋਣਗੇ। ਜਿਹੜਾ ਆਪਣਾ ਨਸ਼ੇ ਦਾ ਕੁਝ ਰਹਿ ਗਿਆ, ਨਸ਼ੇ ਦਾ ਜਿਹੜਾ ਰਹਿ ਗਿਆ, ਅਗਲੀ ਵਾਰ ਜਿਹੜਾ ਹੈ ਉਹ ਕੋਸ਼ਿਸ਼ ਕਰਾਂਗੇ ਵੀ ਅਗਲੇ ਐਪੀਸੋਡ ਵਿੱਚ ਆਪਾਂ ਇਹ ਪੂਰਾ ਕਰ ਦਈਏ ਜੀ, ਤਾਂ ਕਿ ਲੋਕਾਂ ਦੇ ਕੋਈ ਅਸੀਂ ਔਰ ਲੋਕਾਂ ਨੂੰ ਅਸੀਂ ਇਨਵਾਈਟ ਕਰਦੇ ਹਾਂ ਵੀ ਅਗਲੇ ਐਪੀਸੋਡ ਵਿੱਚ ਤੁਸੀਂ ਜੋ ਤੁਹਾਡੇ ਕੁਐਸਚਨ ਨੇ ਸ਼ਾਰਟ 'ਚ ਔਰ ਸਿੰਪਲ ਤਰੀਕੇ ਨਾਲ ਸਾਨੂੰ ਪੁੱਛਿਓ, ਮੈਂ ਸਭ ਦੇ ਜਵਾਬ ਦੇਵਾਂਗਾ। ਪਰ ਮੈਂ ਅੱਜ ਦੇ ਐਪੀਸੋਡ ਦੇ ਲਾਸਟ ਵਿੱਚ ਇੱਕ ਥੋੜਾ ਮੈਸੇਜ ਇਹ ਜ਼ਰੂਰ ਦੇਣਾ ਚਾਹੁੰਦਾ ਵੀ ਆਪਦੇ ਬੱਚਿਆਂ ਪ੍ਰਤੀ, ਆਪਣੀ ਸਿਹਤ ਪ੍ਰਤੀ, ਆਪਣੇ ਲਾਈਫ ਨੂੰ ਅੱਛੀ ਤਰ੍ਹਾਂ ਕਿਵੇਂ ਜੀਣਾ ਹੈਗਾ, ਥੋੜ੍ਹੀਆਂ ਅੱਖਾਂ ਖੋਲ੍ਹ ਕੇ ਜੀਓ। ਕਦੇ ਵੀ ਇਗਨੋਰ ਨਾ ਕਰੋ ਆਪਣੇ ਬੱਚਿਆਂ ਦੀ ਕਿਸੇ ਵੀ ਮੂਵਮੈਂਟ ਨੂੰ। ਥੋੜ੍ਹਾ ਜਿਹਾ ਵੀ ਕੋਈ ਚੇਂਜ ਦੇਖਦੇ ਹੋ ਵੀ ਉਹ ਉਹਨਾਂ ਦੀ ਕਿਸੇ ਸੋਚਣਾ, ਖੜਨਾ, ਬੈਠਣਾ, ਗੱਲ ਕਰਨ ਦੇ ਤਰੀਕੇ ਵਿੱਚ ਚੇਂਜ ਆ ਰਿਹਾ, ਉਹਨੂੰ ਸੀਰੀਅਸ ਲੈ ਕੇ ਮੋਨੀਟਰ ਕਰੋ ਵੀ ਕਿਤੇ ਕਿਸੇ ਉਹ ਨਸ਼ੇ ਦੀ ਸ਼ੁਰੂਆਤ ਤਾਂ ਨਹੀਂ ਪੈ ਰਿਹਾ। ਬਜਾਏ ਉਹ ਗੱਲ ਵੱਧ ਜਾਵੇ, ਉਹਨੂੰ ਉਸੇ ਵੇਲੇ ਸਮਝ ਕੇ ਆ ਜਿਹੜੇ ਮੈਂ ਸਪਲੀਮੈਂਟ ਦੱਸ ਰਿਹਾ ਇਹਨਾਂ ਦੇ ਉੱਪਰ ਆ ਕੇ ਆਰਾਮ ਨਾਲ ਤੁਸੀਂ ਘਰੇ ਬੈਠ ਕੇ ਉਹਨਾਂ ਨੂੰ ਉਸ ਤੋਂ ਦੂਰ ਕਰ ਸਕਦੇ ਹੋ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਵੈਦ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਦਰਸ਼ਕਾਂ ਨੂੰ ਸਮਾਂ ਦਿੱਤਾ। ਮੈਂ ਹਮਦਰਦ ਟੀਵੀ ਦੀ ਪੂਰੀ ਟੀਮ ਦਾ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਚਾਹੁੰਦਾ ਕਿ ਮੇਰਾ ਇਹ ਫਰਜ਼ ਹੈ ਕਿ ਜੋ ਆਯੁਰਵੇਦ ਵਿੱਚ ਮੈਂ ਇੰਨੇ ਸਾਲ ਤੋਂ ਸਿੱਖਿਆ ਗ੍ਰਹਿਣ ਕਰੀ ਹੈ ਔਰ ਆਪਦੇ ਪੇਰੈਂਟਸ ਤੋਂ ਸਿੱਖਿਆ, ਮੈਂ ਤਾਂ ਦੇਖੋ ਇਹ ਕਹਿਣਾ ਹੁੰਦਾ ਕਿ ਮੈਂ ਹਰ ਰੋਜ਼ ਲੋਕਾਂ ਤੋਂ ਸਿੱਖਦਾ। ਮੈਂ ਆਪਦੇ ਪੇਸ਼ੈਂਟਾਂ ਤੋਂ ਬਹੁਤ ਕੁਝ ਸਿੱਖਦਾ। ਕਈ ਇਹੋ ਜਿਹੀਆਂ ਗੱਲਾਂ ਆ ਕੇ ਹਿਸਟਰੀ ਦੇ ਵਿੱਚ ਪੇਸ਼ੈਂਟ ਦੱਸਦੇ ਨੇ ਜਿਹੜੀਆਂ ਕਿ ਸਾਨੂੰ ਰੂਟੀਨ ਦੇ ਵਿੱਚ ਇਗਨੋਰ ਹੋ ਜਾਂਦੀਆਂ ਨੇ। ਤਾਂ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦੀ ਹਾਂ। ਔਰ ਤੁਸੀਂ ਇਹ ਜਿਹੜੀਆਂ ਮੈਂ ਦਵਾਈਆਂ ਜਾਂ ਜਿਹੜੀਆਂ ਮੈਂ ਹਰਬ ਦੱਸੀਆਂ ਨੇ ਇਹਨਾਂ ਨੂੰ ਯੂਜ਼ ਕਰਕੇ ਦੇਖੋ, ਬਹੁਤ ਫਾਇਦਾਮੰਦ ਮਿਲੇਗਾ। ਔਰ ਜੇ ਮੈਂ ਕਹਿੰਦਾ ਮੈਂ ਕੋਈ 2, 4, 8, 10 ਲੋਕਾਂ ਦੀ ਵੀ ਜ਼ਿੰਦਗੀ ਸੁਧਾਰਨ ਦੇ ਵਿੱਚ ਇਹ ਸਾਡੇ ਐਪੀਸੋਡ ਰਾਹੀਂ ਫਰਕ ਪਿਆ, ਅਸੀਂ ਇਹਨੂੰ ਬਹੁਤ ਵੱਡਾ ਆਪਦੇ ਨੂੰ ਲੱਕੀ ਸਮਝਾਂਗੇ ਜੀ। ਜੀ ਧੰਨਵਾਦ ਵੈਦ ਸਾਹਿਬ ਤੁਹਾਡਾ। ਔਰ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ, ਇਸ ਵਿਸ਼ੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਤਾਂ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।